ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਭੂਲ ਛਿਮੋ ਹਮਰੀ ਪ੍ਰਭਾਪਨ ਭੂਲਨ ਹਾਰ ਕਹਾਂ ਕੋ ਮੋਸੋ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਪਾਤਸ਼ਾਹ ਦਰਵੇਸ਼। ਧੰਨ ਗੁਰੂ ਨਾਨਕ ਸਾਹਿਬ ਹਜੂਰ। तय साहिब की बात जो आखे कहो नानक क्या दीजे। सीस वडे कर बैसन दीजे बिन सिर सेव करीजे। वाहिगुरु जी का खालसा वाहिगुरु जी की फतेह। जीवन दे शिखर दी विचार गुरु अमरदास के दर्शनों के विच आनंद की बाणी विच प्रगट हो रहे हैं महाराज। बाणी किसी समय और स्थान ते उचारी जाती है, पर बाणी स्थान समय और कारण तो परे है। उस निरंकार दे दर्शन हैं जो साकार रूप विच रब बन के साडे सामने नहीं खलोंदा। जैसी मैं आवे खसम की बाणी तैसड़ा करी ज्ञान वे ला लो। उस अलौकिक पार ब्रह्म दे दर्शन गुरु दी उचारी बाणी तो इस दुनिया ते इस धरती ते प्रगट हो रहे हैं। जिथे सानू सिर्फ आकार दिखता है, निराकार छिपिया है। गुरबाणी गुरु दी बाणी निरंकार दे दर्शन हैं। दर्शन की हन महाराज। मन चूरे खट दर्शन जान। अपने मन नू त्यागना। किहड़े मन नू त्यागना महाराज? जिहड़ा चलदा होया मन है उस नू त्यागना। एकाग्रता दे दर्शन हैं। कोई सियाणा कहंदा है ध्यान की है? चलदे हुए मन नू त्याग देना ध्यान है। अपने अंतर विच विचार गिर जान और एकाग्रता दे दर्शन हो जान। उस तो बाद है एकाग्रता बाणी दे नाल जुड़े। जिवें गुरु अर्जन साहब आदेश करते हैं, सावधान एकाग्र चीत। दो चित्त विच जीवन है। जीवन नू दो चित्त नाल ही जिया जा सकता है। जे असी जीवन विच कहांगे कौन चंगा है तां सानू कहना होएगा जो माड़ा नहीं है। कौन उच्चा है जो नीवा नहीं है। कौन अमीर है जो गरीब नहीं है। कौन सच्चा है जो झूठा नहीं है। जीवन डिफाइन ही द्वैत दे विच हुंदा है। जिस जीवन नू असी जींदे हां वो द्वैत विच ही डिफाइन हुंदा है। द्वैत तो बिना नहीं हो सकता। ऐसे नू जीवन क्या है? महाराज ने कहा कि यह दो चित्ती वाला मन त्यागना है, एकाग्रता विच चले जाना है। उस तो बाद गुरु कहता है कि तीन लोग की बातें करे। एह मन ले जिहो उन मन रहे ता तीन लोग की बातें कहे। बाणी विच जो कुछ हो रहा है सब एक्सपीरियंस जो है
ਔਰ ਉਹਦੀ ਵਿਚਾਰ, ਉਹਦੇ ਅਰਥ ਵਿਚਾਰ ਇੱਕ ਅਨੰਤਤਾ ਹੈ, ਪਰ ਉਹਦਾ ਕਨਕਲੂਜਨ, ਉਸ ਦਾ ਠਹਿਰਾਓ, ਉਸ ਦਾ ਪਹੁੰਚ ਜਾਣਾ, ਪੁੱਗ ਜਾਣਾ, ਉਹ ਉਹਦੇ ਧਿਆਨ ਵਿੱਚ ਹੈ। ਇਸ ਕਰਕੇ ਮੈਂ ਵਿਚਾਰ, ਗਹਿਨ ਵਿਚਾਰ ਨੂੰ ਧਿਆਨ ਹੀ ਸਮਝਦਾ ਹਾਂ। ਗੁਰੂ ਅਮਰਦਾਸ ਦੀ ਇਹ ਬਾਣੀ ਉਸ ਆਤਮਿਕ ਅਵਸਥਾ ਦੇ ਦਰਸ਼ਨ ਕਰਾਉਂਦੀ ਹੈ ਜਿਸ ਨੂੰ ਖੰਡਾਂ ਦੇ ਵਿੱਚ ਵੀ ਸਾਹਿਬ ਨੇ ਪ੍ਰਗਟ ਕੀਤਾ ਹੈ। ਕਰੇ ਆਨੰਦ ਸੱਚਾ ਮਨ ਸੋਏ। ਇਹ ਸੱਚ ਦੇ ਔਰ ਆਨੰਦ ਦੇ ਬੜੇ ਰਿਸ਼ਤੇ ਹਨ, ਔਰ ਇਹਦੇ ਵਿੱਚ ਮੇਰਾ ਮਨ ਪੈ ਜਾਂਦਾ ਹੈ ਤਾਂ ਤਿੰਨ ਚੋਂ ਇੱਕ ਹੋ ਜਾਂਦਾ ਹੈ। ਫਿਰ ਅਸੀਂ ਇਸ ਆਨੰਦ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਕਿਸ ਕਾਰਨ ਕਰਕੇ ਇਹਨੂੰ ਨਹੀਂ ਮਿਲ ਪਾ ਰਹੇ, ਮੈਂ ਕਿਉਂ ਆਨੰਦ ਨੂੰ ਨਹੀਂ ਜਾਣ ਪਾ ਰਿਹਾ, ਇਹ ਵਿਚਾਰ ਇਸ ਬਾਣੀ ਵਿੱਚ ਲਗਾਤਾਰ ਚੱਲਦੇ ਜਾ ਰਹੇ ਹਨ। ਚੌਥੀ ਬਾਣੀ ਦੀ ਚੌਥੀ ਪੌੜੀ ਦੇ ਦਰਸ਼ਨ ਅੱਜ ਅਸੀਂ ਕਰਨੇ ਹਨ। ਕੋਈ ਵੀਰ ਭੈਣ 2 ਵਾਰੀ ਇਹਨੂੰ ਪੜ੍ਹਦੇ ਤਾਂ ਫਿਰ ਅਸੀਂ ਆਨੰਦ ਦੀ ਇਸ ਪੌੜੀ ਦੇ ਦਰਸ਼ਨਾਂ ਵਿੱਚ ਉਤਰਦੇ ਹਾਂ। ਜੀਵਨ ਨੂੰ ਜਾਣਨਾ ਕਿਵੇਂ ਹੈ, ਜੀਵਨ ਨੂੰ ਜੀਣਾ ਕਿਵੇਂ ਹੈ, ਕੀ ਗਲਤ ਹੈ ਜੀਵਨ ਵਿੱਚ, ਮੇਰੇ ਜੀਵਨ ਵਿੱਚ ਕੀ ਗਲਤ ਹੈ, ਇਸ ਨੂੰ ਜਾਣਨਾ ਔਰ ਦੇਖਣਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋਂ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਸਾਚਾ ਨਾਮ ਮੇਰਾ ਆਧਾਰੋ। ਵਾਹਿਗੁਰੂ ਜੀ। ਵਾਹਿਗੁਰੂ ਜੀ। ਜਪਜੀ ਸਾਹਿਬ ਦੀ 33ਵੀਂ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਇੱਕ ਅਲੌਕਿਕ ਵਚਨ ਕਰਦੇ ਹਨ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੂਟੇ ਸੰਸਾਰ। ਸੰਸਾਰ ਨੂੰ ਪਾਰ ਜਾਣ ਦੀ ਜੁਗਤੀ ਕੀ ਹੈ? ਇਹ ਇੱਕ ਕੁਐਸਚਨ ਹੈ ਜੋ ਜੀਵਨ ਦੇ ਮੂਲ ਤੇ ਖੜਾ ਹੈ, ਉਹਦੇ ਫਾਊਂਡੇਸ਼ਨ ਦੇ ਵਿੱਚ ਖੜਾ ਹੈ। ਮੇਰੀ ਸਾਰੀ ਕਨਫਿਊਜ਼ਨ, ਮੇਰੇ ਦੁੱਖ ਦਰਦ, ਮੇਰੀ ਪਰੇਸ਼ਾਨੀ, ਚਿੰਤਾ, ਇਹਨਾਂ ਦਾ ਸੋਰਸ ਕੀ ਹੈ ਔਰ ਇਸ ਸੋਰਸ ਦਾ ਸੋਲਿਊਸ਼ਨ ਕੀ ਹੈ? ਇਹ ਪ੍ਰਸ਼ਨ, ਇਹ ਜਵਾਬ ਹੈ ਉਸ ਪ੍ਰਸ਼ਨ ਦਾ ਕਿ ਇੱਕ ਜੁਗਤੀ ਨਾਲ, ਇੱਕ ਮੈਥਡ ਨਾਲ ਜੀਵਨ ਜਿੱਤਿਆ ਜਾ ਸਕਦਾ ਹੈ, ਜੀਵਨ ਨੂੰ ਜਾਣਿਆ ਜਾ ਸਕਦਾ ਹੈ, ਜੀਆ ਜਾ ਸਕਦਾ ਹੈ ਔਰ ਜਿੱਤਿਆ ਜਾ ਸਕਦਾ ਹੈ। ਅਸੀਂ ਸਾਰਿਆਂ ਨੇ ਇਸ ਜੀਵਨ ਵਿੱਚ ਪੈਰ ਰੱਖਿਆ ਹੈ ਉਹਦੇ ਹੁਕਮ ਨਾਲ, ਉਹਦੇ ਹੁਕਮ ਦੇ ਕਰਕੇ। ਇੱਕ ਓਪਰਚੁਨਿਟੀ ਮਿਲੀ ਹੈ ਮੈਨੂੰ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਦੇਹ ਮਿਲੀ ਹੈ, ਪ੍ਰਾਪਤੀ ਹੋਈ ਹੈ ਇਹਦੀ। ਇਹ ਆਪਣੇ ਆਪ ਵਿੱਚ ਇੱਕ ਅਚੀਵਮੈਂਟ ਹੈ, ਕਿਉਂਕਿ ਇਹਦੇ ਨਾਲ, ਇਸ ਦੇਹ ਦੇ ਮਿਲਣ ਨਾਲ
ਇਨਫਾਈਨਾਈਟ ਪੋਸੀਬਿਲਿਟੀਜ਼ ਖੁੱਲ੍ਹਦੀਆਂ ਹਨ, ਜਿਨ੍ਹਾਂ ਦੀ ਕਲਮੀਨੇਸ਼ਨ ਇੱਕ ਤੇ ਜਾ ਕੇ ਖੜੀ ਹੁੰਦੀ ਹੈ, ਜਿਸ ਨੂੰ ਸਾਹਿਬ ਨੇ ਆਸਾ ਦੀ ਵਾਰ ਵਿੱਚ ਬੜੇ ਪਿਆਰ ਨਾਲ ਪ੍ਰਗਟ ਕੀਤਾ ਹੈ। ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਚਖਣਾ ਜਾਗ। ਜੀਵਨ ਦੇ ਵਿੱਚ ਉਤਰਨਾ ਔਰ ਫਿਰ ਉਹਦੇ ਪਾਰ ਚਲੇ ਜਾਣਾ, ਯਾਨੀ ਜੀਵਨ ਤੋਂ ਮੁਕਤ ਹੋ ਜਾਣਾ, ਇਹਦੀ ਕੰਡੀਸ਼ਨਸ ਤੋਂ ਆਜ਼ਾਦ ਹੋ ਜਾਣਾ। ਸਮਝੀਏ ਥੋੜਾ ਜਿਹਾ। ਮੈਂ ਜਨਮ ਤੋਂ ਜਦੋਂ ਵੱਡਾ ਹੁੰਦਾ ਹਾਂ ਤਾਂ ਆਲੇ ਦੁਆਲੇ ਤੋਂ ਔਰ ਆਪਣੇ ਰਿਐਕਸ਼ਨਸ ਤੋਂ ਸਿੱਖਦਾ ਵਾਂ। ਉਹਦੇ ਨਾਲ ਮੇਰਾ ਮਨ ਬਣਦਾ ਹੈ, ਮੇਰੀ ਹਉਮੈ ਪ੍ਰਗਟ ਹੁੰਦੀ ਹੈ ਔਰ ਉਸ ਹਉਮੈ ਦੇ ਵਿੱਚ ਜੀ ਕੇ ਮੈਂ ਜੀਵਨ ਨੂੰ ਜਾਣਦਾ ਹਾਂ। ਇਸ ਕਰਕੇ ਇੱਕ ਪ੍ਰਾਇਮਰੀ ਨੀਡ ਮੇਰੀ ਲਾਈਫ ਵਿੱਚ ਹੈ ਕਿ ਮੇਰੀ ਰਿਕਗਨੀਸ਼ਨ ਹੋਏ, ਕਿਉਂਕਿ ਇਸ ਹਉਮੈ ਨੂੰ ਮੈਂ ਬਣਾਇਆ ਹੈ ਔਰ ਅਗਰ ਕੋਈ ਇਸ ਨੂੰ ਰਿਕਗਨਾਈਜ਼ ਕਰਦਾ ਹੈ ਤਾਂ ਮੈਂ ਉਹਦੇ ਵਿੱਚ ਵੈਲੀਡੇਟ ਹੁੰਦਾ ਹਾਂ ਕਿ ਹਾਂ ਮੈਂ ਹਾਂ। ਮੇਰਾ ਹੋਣਾ ਮੇਰੇ ਲਈ ਇੱਕ ਬੜੀ ਜ਼ਰੂਰੀ ਆਧਾਰ ਹੈ, ਫਾਊਂਡੇਸ਼ਨ ਹੈ ਲਾਈਫ ਦਾ। ਜੇ ਮੈਂ ਨਹੀਂ ਹਾਂ ਤਾਂ ਫਿਰ ਜੋ ਕੁਝ ਮੈਂ ਸਿੱਖਿਆ, ਬਣਾਇਆ, ਕਰਿਆ, ਫਿਰ ਇਹ ਕੀ ਹੈ? ਤਾਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਚੀਜ਼ਾਂ ਵਿੱਚ ਅਸੀਂ ਨਿਪੁੰਨ ਹਾਂ, ਜਿਹੜੀ ਚੀਜ਼ਾਂ ਵਿੱਚ ਸਾਨੂੰ ਮਾਹਰਤਾ ਹੈ, ਜਿਹੜੀ ਚੀਜ਼ਾਂ ਦਾ ਸਾਨੂੰ ਗਿਆਨ ਹੈ, ਅਸੀਂ ਉਸੇ ਵੱਲ ਟੁਰਦੇ ਹਾਂ ਕਿਉਂਕਿ ਉੱਥੇ ਰਿਕਗਨੀਸ਼ਨ ਮਿਲ ਰਿਹਾ ਹੈ। ਕਿਸੇ ਨੂੰ ਨੱਚਣਾ ਬੜਾ ਚੰਗਾ ਆਉਂਦਾ ਹੈ ਤਾਂ ਉਹ ਫਿਰ ਨੱਚਦਾ ਹੈ, ਓਪਰਚੁਨਿਟੀ ਲੱਭਦਾ ਹੈ। ਕਿਸੇ ਨੂੰ ਗਾਣਾ ਚੰਗਾ ਲੱਗਦਾ ਹੈ, ਕੋਈ ਬਹੁਤ ਪੜ੍ਹਿਆ ਹੈ, ਕਿਸੇ ਨੇ ਕੋਈ ਆਰਟ ਦਾ ਗਿਆਨ ਪ੍ਰਾਪਤ ਕਰ ਲਿਆ ਹੈ, ਕੋਈ ਨੌਲੇਜ ਰੱਖਦਾ ਹੈ ਕਿਸੇ ਸਬਜੈਕਟ ਦੀ, ਤਾਂ ਫਿਰ ਉਸੇ ਵੱਲ ਅਟਰੈਕਟ ਹੁੰਦਾ ਰਹਿੰਦਾ ਹੈ ਕਿਉਂਕਿ ਉੱਥੇ ਉਸ ਨੂੰ ਰਿਕਗਨੀਸ਼ਨ ਮਿਲਦੀ ਹੈ ਕਿ ਮੈਂ ਹਾਂ ਔਰ ਇਹ ਮੇਰੇ ਲਈ ਜ਼ਰੂਰੀ ਹੈ। ਤਾਂ ਇਹ ਮੇਰੀ ਹਉਮੈ ਨੂੰ ਹੀ ਪ੍ਰਬਲ ਕਰਦੀ ਹੈ ਕਿਉਂਕਿ ਮੈਂ ਬਣਾਇਆ ਹੈ ਔਰ ਉਹ ਦੁਨੀਆ ਨੇ ਉਸ ਨੂੰ ਜਾਣਿਆ ਹੈ। ਬਾਅਦ ਦਫਾ ਅਸੀਂ ਇਹ ਵੀ ਦੇਖਦੇ ਹਾਂ ਕਿ ਧਰਮ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੈ। ਮੇਰਾ ਧਰਮ ਚੰਗਾ ਹੈ, ਦੂਸਰੇ ਦਾ ਮਾੜਾ ਹੈ। ਬਾਅਦ ਦਫਾ ਬਹੁਤ ਸ਼ਕਤੀ ਇਹਦੇ 'ਚ ਹੀ ਲੱਗਦੀ ਹੈ ਕਿ ਮੈਂ ਆਪਣੇ ਆਪ ਨੂੰ ਨਹੀਂ ਪਰ ਦੂਸਰਿਆਂ ਨੂੰ ਕਨਵਿੰਸ ਕਰਾਂ ਕਿ ਮੇਰਾ ਧਰਮ ਚੰਗਾ ਹੈ ਔਰ ਸਾਰੇ ਉਸ ਨੂੰ ਫੋਲੋ ਕਰਨ। ਇਹ ਕਿਸ ਮਨ ਤੋਂ ਪ੍ਰਗਟ ਹੋ ਰਿਹਾ ਹੈ? ਇਹ ਹੰਕਾਰ ਔਰ ਹਉਮੈ ਤੋਂ ਪ੍ਰਗਟ ਹੋ ਰਿਹਾ ਹੈ। ਮੇਰਾ ਧਰਮ ਤਾਂ ਇੱਕੋ ਹੀ ਹੈ ਦੁਨੀਆ ਵਿੱਚ। ਇਹ ਭੁਲੇਖੇ ਹਨ, ਰਾਹ ਅਲੱਗ-ਅਲੱਗ ਹਨ। ਜੋ ਰੋਲ ਹੈ, ਡਿਊਟੀ ਹੈ ਇਸ ਸਰੀਰ ਦੀ, ਜਾਂ ਜੋ ਅਸਲ ਨੇਚਰ ਹੈ ਮੂਲ ਦੇ ਵਿੱਚ ਇਸ ਮਨ ਦਾ, ਉਹ ਸਭ ਦੁਨੀਆ ਦਾ ਇੱਕੋ ਹੀ ਹੈ। ਉਸ ਨੂੰ ਜਾਣਨ ਵਿੱਚ ਅਲੱਗ ਬਿਰਤੀਆਂ, ਜੁਗਤੀਆਂ ਵਰਤੀਆਂ ਜਾ ਸਕਦੀਆਂ ਹਨ ਔਰ ਉਹਦੇ ਵਿੱਚ ਵੀ ਗੁਰੂ ਕਹਿੰਦਾ ਹੈ ਕਿ ਸ਼ਬਦ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਸ਼ਬਦ ਕੀ ਹੈ? ਸ਼ਬਦ ਪ੍ਰਗਟ ਰੂਪ ਵਿੱਚ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਕਰਕੇ ਮਹਾਰਾਜ ਨੇ ਮੋਹਰ ਲਗਾ ਕੇ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਹਾਜ਼ਰ ਹਨ। ਇਹ ਨਿਰੰਕਾਰ ਦੀ ਬਾਣੀ ਹੈ, ਇੱਕ ਰਸਤਾ ਹੈ। ਪਰ ਇਹ ਆ ਕਿੱਥੋਂ ਰਿਹਾ ਹੈ? ਇਹ ਉੱਥੋਂ ਆ ਰਿਹਾ ਹੈ ਜਿੱਥੇ ਕੋਈ ਫਾਰਮ ਨਹੀਂ ਹੈ, ਨਿਰੰਕਾਰ ਤੋਂ ਆ ਰਿਹਾ ਹੈ। ਇਸ ਸ਼ਬਦ ਦੇ ਰਸਤੇ ਇੱਕ ਰਾਹ ਖੁੱਲ ਰਿਹਾ ਹੈ ਉਸ ਨਿਰੰਕਾਰ ਨੂੰ ਮਿਲਣ ਦਾ। ਤਾਂ ਅਸੀਂ ਬਾਰ-ਬਾਰ ਬਾਣੀ ਵਿੱਚ ਦੇਖਾਂਗੇ ਮਹਾਰਾਜ ਇਸ ਗੱਲ ਨੂੰ ਪ੍ਰਗਟ ਕਰਨਗੇ ਕਿ ਸਾਨੂੰ ਸ਼ਬਦ ਦੇ ਨਾਲ ਪ੍ਰੇਮ ਕਰਨਾ ਹੈ, ਸ਼ਬਦ ਨੂੰ ਜਾਣਨਾ ਹੈ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸ਼ਬਦ ਦੇ ਨਾਲ ਅਸੀਂ ਕਿਉਂ ਪ੍ਰੇਮ ਕਰਨਾ ਹੈ? ਮਹਾਰਾਜ ਬਾਣੀ ਨੇ ਸ਼ਬਦ ਨੂੰ ਗੁਰੂ ਕਿਹਾ ਹੈ। ਗੁਰੂ ਦਾ ਮਤਲਬ ਜਿਹੜਾ
ਮੇਰੇ ਹਨੇਰੇ ਨੂੰ ਮਿਟਾਏ, ਮਨ ਦੇ ਵਿੱਚ ਗਿਆਨ ਲਿਆਏ। ਦਰਅਸਲ ਇਹ ਜਿਹੜਾ ਕੰਡੀਸ਼ਨਡ ਮਾਈਂਡ ਹੈ, ਹਉਮੈ ਰੂਪੀ ਮਨ ਹੈ, ਇਹਦੀ ਲਿਮਿਟੇਸ਼ਨਸ ਹਨ। ਹਉਮੈ ਦੀ ਇੱਕ ਲਿਮਿਟਿਡ ਦਾਇਰਾ ਹੈ। ਉਸ ਮਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੈਂ ਸ਼ਾਂਤ ਹੋ ਸਕਦਾ ਹਾਂ, ਹੋਰ ਕੁਝ ਨਹੀਂ ਹੋ ਸਕਦਾ। ਉਸ ਸ਼ਾਂਤ ਰੂਪੀ ਮਨ ਵਿੱਚ ਮੈਂ ਇਕਾਗਰ ਵੀ ਹੋ ਸਕਦਾ ਹਾਂ, ਪਰ ਇਕਾਗਰ ਮਨ ਵਿੱਚ ਗਿਆਨ ਹੋਣਾ, ਆਨੰਦ ਦੀ ਬਰਖਾ ਹੋਣਾ ਔਰ ਉਸ ਮਨ ਨੂੰ ਆਜ਼ਾਦ ਹੋਣਾ, ਇਹ ਮੇਰੇ ਹੱਥ ਵਿੱਚ ਨਹੀਂ ਹੈ, ਉਹਦੇ ਵਿੱਚ ਮੈਂ ਨਹੀਂ ਹੈ। ਮਹਾਰਾਜ ਨੇ ਉਸ ਅਵਸਥਾ ਨੂੰ ਨਾਮ ਕਿਹਾ ਹੈ। ਔਰ ਇਸ ਮਨ ਤੋਂ ਉਸ ਮਨ ਤੱਕ ਜਾਣ ਵਾਸਤੇ ਗੁਰੂ ਲਾਜ਼ਮੀ ਹੈ, ਗੁਰੂ ਐਸੈਂਸ਼ੀਅਲ ਹੈ। ਨਿਰੰਕਾਰ ਰੂਪੀ ਪ੍ਰਭੂ ਨੂੰ, ਗੋਡ ਨੂੰ, ਅਕਾਲ ਪੁਰਖ ਨੂੰ, ਇੱਕ ਓਮਕਾਰ ਨੂੰ ਮਿਲਣ ਵਾਸਤੇ ਇਹ ਜਿਹੜਾ ਸ਼ਬਦ ਹੈ ਇੱਕ ਰਾਹ ਹੈ, ਤਾਂ ਸ਼ਬਦ ਗੁਰੂ ਹੈ। ਇਹ ਸ਼ਬਦ ਮੇਰੇ ਮਨ ਨੂੰ ਦੁਆਇਤ ਤੋਂ ਇਕਾਗਰਤਾ ਵਿੱਚ ਲੈ ਜਾਏਗਾ ਔਰ ਇਕਾਗਰਤਾ ਵਿੱਚ ਗੁਰਪ੍ਰਸਾਦ ਬਖਸ਼ੇਗੀ। ਗੁਰਪ੍ਰਸਾਦ ਆਨੰਦ ਦਾ ਦਰਵਾਜ਼ਾ ਹੈ। ਤਾਂ ਹਉਮੈ ਨੂੰ ਛੱਡਣਾ ਹੈ। ਹਉਮੈ ਨੂੰ ਛੱਡਿਆ ਨਹੀਂ ਜਾ ਸਕਦਾ। ਹਉਮੈ ਦੇ ਵਿੱਚ ਗੁਰਪ੍ਰਸਾਦ ਬਖਸ਼ੀ ਜਾ ਸਕਦੀ ਹੈ। ਹਾਂ, ਮੈਂ ਮਨ ਨੂੰ ਅਰਪਣ ਕਰ ਸਕਦਾ ਹਾਂ ਕਿ ਮੈਂ ਤਿਆਰ ਹਾਂ ਗੁਰਪ੍ਰਸਾਦ ਲਈ। ਮੈਂ ਆਪਣੇ ਆਪ ਨੂੰ ਤਿਆਗਣ ਲਈ ਤਿਆਰ ਹਾਂ। ਮਨ ਚੂਰਨ ਚੂਰੇ ਖਟ ਦਰਸ਼ਨ ਜਾਨ, ਉਸ ਦਰਸ਼ਨ ਨੂੰ ਪ੍ਰਗਟ ਕਰਨਾ ਹੈ ਜੀਵਨ ਵਿੱਚ। ਅਨਫੋਰਚੂਨੇਟਲੀ ਬਹੁਤ ਲਿਮਿਟਿਡ ਆਪਸ਼ਨਸ ਹਨ। ਅਗਰ ਇਸ ਨੂੰ ਅਸੀਂ ਇਸ ਜੀਵਨ ਵਿੱਚ ਜੀਂਦੇ ਜੀ ਨਹੀਂ ਕਰਦੇ ਹਾਂ ਤਾਂ ਆਵਾਗਮਨ ਵਿੱਚ ਚੱਲਦੇ ਰਵਾਂਗੇ, ਮੂਵਮੈਂਟ ਮਨ ਵਿੱਚ ਰਵਾਂਗੇ, ਉਸ ਤੇ ਬਿਯੋਂਡ ਕਦੇ ਨਹੀਂ ਜਾ ਪਾਵਾਂਗੇ, ਜੀਂਦੇ ਜੀ ਵੀ ਔਰ ਸਰੀਰ ਨੂੰ ਛੱਡਣ ਤੇ ਬਾਅਦ ਵੀ। ਔਰ ਸਰੀਰ ਨੂੰ ਛੱਡਣ ਤੇ ਬਾਅਦ ਫਿਰ ਪੋਸਿਬਿਲਿਟੀ ਖਤਮ ਹੋ ਜਾਂਦੀ ਹੈ ਗੁਰਪ੍ਰਸਾਦ ਦੀ। ਇਹ ਹੋ ਸਕਦਾ ਹੈ ਕਿ ਕੋਈ ਗੁਰੂ ਨਾਲ ਜੁੜਿਆ ਹੈ ਔਰ ਕੁਝ ਸਮਾਂ, ਕੁਝ ਜਨਮ ਮਿਲਣ ਤੇ ਹੀ ਨਿਕਲ ਜਾਏ, ਪਰ ਗੁਰਪ੍ਰਸਾਦ ਬਖਸ਼ਣ ਵਾਸਤੇ ਇਹ ਜੀਵਨ ਓਪਰਚੁਨਿਟੀ ਹੈ। ਗੁਰ ਸ਼ਬਦ, ਗੁਰਬਾਣੀ ਇਹ ਪ੍ਰਗਟ ਕਰਦੀਆਂ ਹਨ ਕਿ ਜੀਵਨ ਦਾ ਆਧਾਰ ਕੀ ਹੈ, ਫਾਊਂਡੇਸ਼ਨ ਕੀ ਹੈ। ਜਿਹੜੀ ਚੀਜ਼ ਅੱਜ ਦੀ ਬਾਣੀ ਵਿੱਚ ਸਾਹਿਬ ਪ੍ਰਗਟ ਕਰਦੇ ਹਨ। ਜਦ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਜੁਗਤੀ ਹੈ, ਮੈਥਡ ਹੈ, ਜ਼ੋਰ ਨਾਲ ਨਹੀਂ ਹੋਏਗਾ, ਤਾਂ ਪ੍ਰਸ਼ਨ ਇਹ ਉੱਠਦਾ ਹੈ ਫਿਰ ਮੈਥਡ ਕੀ ਹੈ। ਕੀ ਆਧਾਰ ਹੈ ਜੀਵਨ ਦਾ, ਇਹ ਕਿਸ ਤਰ੍ਹਾਂ ਪਤਾ ਲੱਗੇਗਾ। ਮੈਂ ਇਸ ਮੂਵਮੈਂਟ ਮਾਈਂਡ ਦੇ ਉੱਤੇ ਹੀ ਜੀਂਦਾ ਹਾਂ, ਇਹ ਮੇਰਾ ਆਧਾਰ ਹੈ। ਕੰਡੀਸ਼ਨਸ ਲਾਈਫ ਦੀਆਂ ਮੇਰੇ ਆਲੇ ਦੁਆਲੇ, ਮੇਰੀ ਈਗੋ, ਮੇਰਾ ਹਉਮੈ ਜੋ ਮੈਂ ਪ੍ਰਗਟ ਕੀਤਾ ਆ ਜਨਮ ਮਿਹਨਤ ਕਰਕੇ, ਉਹ ਮੇਰੇ ਜੀਵਨ ਦਾ ਆਧਾਰ ਹੈ। ਇਹ ਤੇ ਨੈਚੁਰਲ ਹੈ ਕਿਉਂਕਿ ਮੈਂ ਉਸ ਨੂੰ ਬਣਾਇਆ ਹੈ ਔਰ ਉਸ ਤੋਂ ਪਰੇ ਮੈਂ ਕੁਝ ਜੀਵਨ ਨੂੰ ਜਾਣਦਾ ਨਹੀਂ ਹਾਂ। ਫਰਜ਼ ਕਰੋ ਕੋਈ ਰਿਲੇਸ਼ਨਸ਼ਿਪ ਇਸ ਜੀਵਨ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਬੱਚਿਆਂ ਨੂੰ ਪਿਤਾ ਮਾਤਾ ਹੁੰਦੇ ਹਨ, ਘਰਵਾਲੀ ਨੂੰ ਸਪਾਊਸ ਹੁੰਦਾ ਹੈ, ਘਰ ਵਾਲੇ ਨੂੰ ਸਪਾਊਸ ਹੁੰਦਾ ਹੈ, ਜਾਂ ਕੋਈ ਸਿਸਟਰ ਸਿਬਲਿੰਗ ਰਿਲੇਸ਼ਨਸ਼ਿਪਸ ਹਨ। ਇਹ ਕਿਸ ਤਰ੍ਹਾਂ ਅਸੀਂ ਡਿਫਾਈਨ ਕੀਤਾ ਹੈ ਆਪਣੇ ਜੀਵਨ ਵਿੱਚ, ਇਹ ਚੋਇਸਿਸ ਮੇਰੀਆਂ ਹਨ। ਮੈਂ ਚੂਜ਼ ਕਰਦਾ ਹਾਂ ਕੌਣ ਮੈਨੂੰ ਇੰਪੋਰਟੈਂਟ ਕਿਤਨਾ ਹੈ। ਇੱਕ ਪੋਸਿਬਿਲਿਟੀ ਹੈ ਕਿ ਇਹਨਾਂ 'ਚੋਂ ਕੋਈ ਵੀ ਇੱਕ ਰਿਲੇਸ਼ਨਸ਼ਿਪ ਹਿੱਲ ਜਾਏ,
किसी कारण करके झगड़ा हो जाए, दूर चला जाए कोई, या फिर हो सकता है मृत्यु भी विछोड़े का कारण हो सकती है, ਤਾਂ ਅਸੀਂ ਦੇਖਦੇ ਹਾਂ ਫਿਰ ਕਿਤਨਾ ਵਿਰਲਾਪ, ਦੁੱਖ ਔਰ ਦਰਦ ਮਨ ਵਿੱਚ ਉੱਠਦਾ ਹੈ। ਸਭ ਕੁਝ ਜਿਵੇਂ ਹਿਲ ਗਿਆ ਹੋਏ ਜੀਵਨ ਦਾ, ਜਿਵੇਂ ਲੱਗਦਾ ਹੋਏ ਕਿ ਜੀਵਨ ਹੀ ਖਤਮ ਹੋ ਗਿਆ ਹੈ। ਇੱਕ ਹਨੇਰਾ ਜਿਹਾ ਦਿਖਣਾ ਸ਼ੁਰੂ ਹੋ ਜਾਂਦਾ ਹੈ। ਕਾਰਨ ਕੀ ਹੈ? ਕਾਰਨ मेरे जीवन का आधार मेरे हौमे रूपी जीवन है, जो मेरी कंडीशनड लाइफ है, जो मैं अखों देखदा हाँ, जिथे विचरदा हाँ, जो मैं बोलदा सुनदा हाँ, ये इंद्रियां नाल जो जीवन जी रहा हाँ, सिर्फ उही मैं जीवन जानदा हाँ। और उस दे विच जो मैं फाउंडेशनस रखियां हन, जो पिलर्स हन, हो सकता पैसा होए, हो सकता रिलेशनशिप्स होण, कोई भी फाउंडेशन मैं अपने ईगो की रखी है, अगर उन्होंने चों एक भी हिल जाती है, मैं दर्द में चला जाता हाँ, जिवें मृत्यु के दर्शन हो रहे होण। मृत्यु की करेगी? इस हौमे रूपी जीवन नूं मेरे तो ले लेगी। जो एक अपॉर्चुनिटी दिती सी शरीर दी, वो ले लेगी मेरे तो, और शरीर नाल जो सब कुछ जुड़िया सी, जो मैं जोड़िया है, जो मैं अपनी चॉइसेस नाल रखिया है, वो भी नाल चला जाएगा। थोड़ा विचारिए, असी किधरे आनंद विच बैठ के हॉल विच मूवी देखते हाँ, ज्ञान नहीं है कि काल कदे भी आ सकता है। या असी किधरे बाहर जाके आनंद विच रोटियां खाते हाँ, ज्ञान नहीं है कि काल कदे भी आ सकता है। या शायद ज्ञान है, उसनू अवॉइड करना चाहता हाँ मैं, और यह सब कुछ उदी अवॉइडिंग मैथडोलॉजी है। बाहर दा शोर, बाहर दी ऑप्शंस, की यह सब कुछ गलत है? गुरबाणी और गुरमत नहीं कहती कि गलत है, पर गुरु कहता है कि जो आधार है जीवन का, अगर वो सच्चा होएगा तो फिर बाकी नू जिया जा सकता है निश्चिंता होके, बिना चिंता दे। ईगो माइंड तो है, ईगो वाला जीवन भी रहेगा, पर वो फाउंडेशन नहीं है जीवन की, वो आधार नहीं है जीवन का, क्योंकि मैं एक होर मन पा लिया। ए मन ले जो उन मन रहे, ता तीन लोग की बातें कहे। महाराज, ए उन मन, ए अवस्था सहज दी, इस आनंद की गल गुरु चलाते हैं। शब्द नूं वरत के इस अवस्था नूं जान लेना जींदे जी जुगती है। बाहरला शोर बड़ा है, नाल अरदास भी चलेगी। कई लोगों का एफर्ट लगता है। महाराज ने बड़ी प्यारी एक शब्द विच कहा, जाग ले हो रे मना, जाग ले हो, कहाँ गाफल सोया। मेरे मन जग जा, क्यों गाफल हैं, जीवन दे सत नूं क्यों नहीं देख पा रहा। जो तन उपजो संग ही, सो भी संग न हुआ। इस शरीर तो सारा जीवन शुरू हो रहा है, पर यह भी नहीं रहना है। महाराज कहते हैं कि अगर मैं उस मन की अवस्था नूं जान लिया, जिहड़ी मौत ते मृत्यु तो परे दे जीवन नूं मैनूं दस दिंदी है की है, उहदा ज्ञान दे दिंदी है, एक आनंद की बरखा मन विच खोल दिंदी है, जिहड़ा कंडीशनलैस है, ईगो तो परे है। इत्थे नाम और हौमे दे दर्शनां की लोड़ है।
ਇਹ ਹਉਮੈ ਨੂੰ ਤਿਆਗ ਕੇ ਹੀ ਅਸੀਂ ਨਾਮ ਨੂੰ ਜਾਣ ਸਕਦੇ ਹਾਂ ਮਹਾਰਾਜ। ਹਉਮੈ ਵਿੱਚ ਤਾਂ ਕੁਝ ਵੀ ਹੋ ਸਕਦਾ ਹੈ। ਕੋਈ ਬੱਸ ਡਰਾਈਵਰ ਹੈ, ਕੋਈ ਬੜੇ ਕਾਰੋਬਾਰ ਦਾ ਮਾਲਕ ਹੈ, ਕੋਈ ਜਮਾਦਾਰ ਹੈ, ਕੋਈ ਡਰਾਈਵਰ ਹੈ, ਕੋਈ PhD ਦਾ ਪ੍ਰੋਫੈਸਰ ਹੈ, ਕੋਈ ਸਿੰਗਰ ਹੈ, ਕੋਈ ਡਾਂਸਰ ਹੈ। ਇਹ ਸਭ ਹਉਮੈ ਦੇ ਦਰਸ਼ਨ ਹਨ। ਕੋਈ ਵੀ ਹੋ ਸਕਦਾ ਹੈ। ਇਨਫਾਈਨਾਈਟ ਪੋਸੀਬਿਲਿਟੀਜ਼ ਹਨ ਔਰ ਇਹਨਾਂ ਇੱਕ ਵਿੱਚ ਵੀ ਕੋਈ ਐਸਾ ਨਹੀਂ ਹੈ ਜੋ ਸਤ ਨੂੰ ਨਹੀਂ ਜਾਣ ਸਕਦਾ। ਮੈਂ ਇੱਕ ਹੋਰ ਅੱਗੇ ਗੱਲ ਕਰਾਂਗਾ। ਪ੍ਰੋਸਟੀਟਿਊਟ ਨੂੰ ਵੀ ਨਹੀਂ ਰੋਕ ਹੈ ਉਸ ਸਤ ਨੂੰ ਜਾਣਨ ਵਾਸਤੇ। ਜਿਸ ਮੋਰੈਲਿਟੀ ਨੂੰ ਅਸੀਂ ਖੜਾ ਕੀਤਾ ਹੈ, ਬਾਣੀ ਕਹਿੰਦੀ ਹੈ ਕਿ ਉਸ ਨੂੰ ਵੀ ਰੋਕ ਨਹੀਂ ਹੈ। ਸ਼ਬਦ ਹਨ ਗੁਰਬਾਣੀ ਵਿੱਚ। ਮੈਂ ਆਪ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਇਹ ਈਗੋ ਮਾਈਂਡ ਦਾ ਕੀ ਦਰਸ਼ਨ ਹੈ, ਕਿਸ ਰੂਪ ਵਿੱਚ ਜੀਵਨ ਵਿੱਚ ਉਤਰਿਆ ਹੈ, ਇਹ ਅਸਲ ਵਿੱਚ ਮੈਟਰ ਨਹੀਂ ਕਰਦਾ। ਅਗਰ ਜੀਵਨ ਦੇ ਵਿੱਚ ਇੱਕ ਬੈਲੈਂਸ ਖੜਾ ਹੋ ਜਾਏ, ਇਹਨੂੰ ਜੀਂਦੇ ਹੋਏ, ਇਹਨੂੰ ਜੀਂਦੇ ਜੀ ਮੈਂ ਇਸ ਹਉਮੈ ਰੂਪੀ ਮਨ ਨੂੰ ਜਾਣਨ ਵਾਸਤੇ ਸ਼ਕਤੀ ਲਗਾਵਾਂ। ਜੋ ਕੁਝ ਕਰ ਰਿਹਾ ਹਾਂ ਉਹਦੇ ਨਾਲ ਇੱਕ ਇਹੋ ਜਿਹੀ ਅਰਨੈਸਟ ਐਫਰਟ ਮੇਰੇ ਜੀਵਨ ਵਿੱਚ ਰਹੇ, ਇੱਕ ਅਰਦਾਸ ਰੂਪੀ ਗਿਆਨ ਮਨ ਵਿੱਚ ਉਤਰੇ, ਪੁਕਾਰ ਉਤਰੇ, ਇੱਕ ਇਹੋ ਜਿਹੀ ਸੰਗਤ ਆ ਜਾਏ, ਮਨ ਦੇ ਵਿੱਚ ਇੱਕ ਇਹੋ ਜਿਹਾ ਪ੍ਰੇਮ ਉੱਠ ਜਾਏ ਕਿ ਇਸ ਨੂੰ ਜੀਂਦੇ ਜੀ ਮੈਂ ਉਸ ਵੱਲ ਸ਼ਕਤੀ ਲਗਾਵਾਂ। ਔਰ ਗੁਰੂ ਨੇ ਕਿਹਾ ਹੈ ਬਾਣੀ ਦੇ ਪ੍ਰੇਮ ਨਾਲ ਇਹ ਬੈਲੈਂਸ ਕੀਤਾ ਜਾ ਸਕਦਾ ਹੈ। ਜੋ ਕੁਝ ਵੀ ਕਰਦੇ ਹਾਂ, ਕੁਝ ਵੀ ਕਰ ਰਹੇ ਹੋਈਏ, ਇੱਕ ਅਰਦਾਸ ਚੱਲੇ। ਦਰਅਸਲ ਦੁਨੀਆ ਵਿੱਚ ਇੱਕ ਮੰਨੀ ਹੋਈ ਗੱਲ ਹੈ ਕਿ ਕੁਝ ਕਰਨ ਨਾਲ ਨਿਰੰਕਾਰ ਮਿਲਦਾ ਹੈ। ਯੋਗ ਦੇ ਪਤੰਜਲੀ ਦੇ ਸੂਤਰ ਹਨ, ਜਾਂ ਫਿਰ ਕੋਈ ਮੁਦਰਾਵਾਂ ਦੀ ਗੱਲ ਚੱਲਦੀ ਹੈ, ਜਾਂ ਹੋਰ ਕਰਨ ਦੇ ਕੋਈ ਵਿਧੀ ਵਿਧਾਨ ਦੀਆਂ ਗੱਲਾਂ ਚੱਲ ਰਹੀਆਂ ਹਨ। ਕੁਝ ਕਰਨਾ ਹੈ ਤਾਂ ਗੁਰੂ ਔਰ ਸਿੱਖ ਦਾ ਜੋ ਰਿਲੇਸ਼ਨਸ਼ਿਪ ਹੈ ਉਸ ਨੂੰ ਸੰਭਾਲਣਾ ਹੈ। ਔਰ ਉਹ ਕਿਸ ਰੂਪ ਵਿੱਚ ਮੇਰੇ ਜੀਵਨ ਵਿੱਚ ਪ੍ਰਗਟ ਹੋ ਰਿਹਾ ਹੈ, ਇਹ ਮੇਰੇ ਹੱਥ ਵਿੱਚ ਨਹੀਂ ਹੈ। ਕੋਈ ਵੀ ਪੋਸਿਬਿਲਿਟੀ ਹੋ ਸਕਦੀ ਹੈ। ਔਰ ਕਈ ਵਾਰ ਜਿਸ ਤਰ੍ਹਾਂ ਦਾ ਮੇਰਾ ਈਗੋ ਮਾਈਂਡ ਹੈ ਉਸ ਤਰ੍ਹਾਂ ਦੇ ਸੋਲਿਊਸ਼ਨ ਸਾਹਮਣੇ ਆ ਸਕਦੇ ਹਨ। ਪਰ ਪੁਕਾਰ ਹੋਏ ਤਾਂ, ਅਗਰ ਮੈਂ ਉਹਨੂੰ ਬੁਲਾਵਾਂ ਤਾਂ। ਗੁਰਬਾਣੀ ਵਿੱਚ ਇੱਕ ਬੜੀ ਪਿਆਰੀ ਪੰਕਤੀ ਆਉਂਦੀ ਹੈ ਕਿ ਨਿਰੰਕਾਰ ਵੀ ਪਾਓ ਔਰ ਭਗਤੀ ਦਾ ਭੁੱਖਾ ਹੈ। ਇਹਦਾ ਕੀ ਅਰਥ ਹੁੰਦਾ ਹੈ? ਸਿੱਧ ਗੋਸ਼ਟ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਹੈ, ਗੁਰਮੁਖ ਖੋਜਤ ਪਏ ਉਦਾਸੀ, ਕਿ ਗੁਰੂ ਸਾਹਿਬ ਉਦਾਸੀਆਂ ਤੇ ਨਿਕਲੇ ਹਨ। ਕਿਸ ਨੂੰ ਖੋਜਣ ਦੇ ਵਿੱਚ? ਗੁਰਮੁਖ ਨੂੰ ਖੋਜਣ ਨਿਕਲੇ ਹਨ। ਜੋ ਪ੍ਰਸ਼ਨ ਪੁੱਛ ਰਿਹਾ ਹੈ ਉਸ ਨੂੰ ਜਵਾਬ ਦੇਣ ਵਾਸਤੇ ਨਿਕਲੇ ਹਨ। ਆਪਣਾ ਘਰ ਛੱਡ ਗਏ ਹਨ। ਆਪਣਾ ਈਗੋ ਮਾਈਂਡ ਦਾ ਜੋ ਦਰਸ਼ਨ ਹੈ ਉਸ ਨੂੰ ਤਿਆਗਿਆ ਹੋਇਆ ਹੈ, ਕਿਉਂਕਿ ਕਿਸੇ ਡਿਫਾਈਨਡ ਰੂਪ ਵਿੱਚ ਤੇ ਜਾ ਹੀ ਨਹੀਂ ਰਹੇ ਹਨ। ਜਿੱਥੇ ਜਾਂਦੇ ਹਨ ਉਸੇ ਹੀ ਭੇਸ ਵਿੱਚ ਪ੍ਰਗਟ ਹੋ ਜਾਂਦੇ ਹਨ। ਗੱਲ ਤਾਂ ਨਿਰੰਕਾਰ ਦੀ ਚੱਲਦੀ ਹੈ। ਹੁਣ ਇੱਕ ਆਨੰਦ ਦੇ ਦਰਸ਼ਨ ਹੋ ਰਹੇ ਹਨ ਬਾਣੀ ਦੇ ਜ਼ਰੀਏ।
ਇੱਕ ਬਾਂਗ ਮਾਰੀ ਹੈ ਜਗਾਉਣ ਲਈ ਲੋਕਾਂ ਨੂੰ ਕਿ ਜੀਵਨ ਦੇ ਵਿੱਚ ਜੋ ਤੱਤ ਹੈ ਉਸ ਨੂੰ ਜਾਣ ਲਈਏ। ਜੀਵਨ ਦਾ ਆਧਾਰ, ਉਹਦੀ ਫਾਊਂਡੇਸ਼ਨ, ਉਹਦੇ ਮੂਲ ਵਿੱਚ, ਉਹਦੇ ਸੋਰਸ ਦੇ ਵਿੱਚ ਕੀ ਵਸਿਆ ਹੈ ਉਹ ਬਦਲ ਦਈਏ। ਤਾਂ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੋ ਐਨਰਜੀਜ਼ ਦਾ ਮਿਲਣ ਹੋ ਰਿਹਾ ਹੈ, ਇੱਕ ਪ੍ਰਸ਼ਨ ਔਰ ਇੱਕ ਜਵਾਬ। ਤਤ ਗਿਆਨ ਦਾ ਪ੍ਰਸ਼ਨ, ਮੇਰਾ ਮਨ ਪੁਕਾਰਦਾ ਹੈ, ਗੁਰਪ੍ਰਸਾਦ ਉਸ ਦਾ ਜਵਾਬ ਰੂਪੀ ਦਰਸ਼ਨ ਪ੍ਰਗਟ ਹੋ ਰਿਹਾ ਹੈ। ਪਰ ਉਹ ਤਾਂ ਹੀ ਹੋਏਗਾ ਜਦ ਮੈਂ ਇਸ ਹਉਮੈ ਨੂੰ, ਜਿਸ ਨੂੰ ਮੈਂ ਬੜੀ ਐਨਰਜੀ ਨਾਲ ਖੜਾ ਕੀਤਾ ਹੈ, ਇਹਨੂੰ ਤਿਆਗਣ ਲਈ ਤਿਆਰ ਹੋਵਾਂਗਾ। ਤਾਂ ਮੈਨੂੰ ਦਰਸ਼ਨ ਖੁੱਲਣਗੇ ਜੀਵਨ ਦੇ, ਹੈ ਕੀ ਜੀਵਨ। ਇਹ ਜੁਗਤੀ ਹੈ ਆਪਣੇ ਆਪ ਨੂੰ ਸੰਭਾਲਣ ਲਈ, ਆਪਣੇ ਜੀਵਨ ਨੂੰ ਜਾਣਨ ਲਈ, ਆਪਣੇ ਤਤ ਗਿਆਨ ਨੂੰ ਪ੍ਰਗਟ ਕਰਨ ਲਈ। ਮਹਾਰਾਜ ਗੁਰੂ ਅਮਰਦਾਸ ਇਸ ਚੌਥੀ ਪੌੜੀ ਦੇ ਵਿੱਚ ਇੱਕ ਆਧਾਰ ਦੀ ਗੱਲ ਕਰ ਰਹੇ ਹਨ। ਜੀਵਨ ਦੀ ਫਾਊਂਡੇਸ਼ਨ ਕੀ ਹੋਣੀ ਚਾਹੀਦੀ ਹੈ? ਮੇਰੇ ਜੀਵਨ ਦੀ ਫਾਊਂਡੇਸ਼ਨ ਕੀ ਹੈ? ਮੇਰੇ ਜੀਵਨ ਦੀ ਫਾਊਂਡੇਸ਼ਨ ਉਹੀ ਹੈ ਜੋ ਮੈਨੂੰ ਦਿਖ ਰਿਹਾ ਹੈ। ਮੇਰਾ ਕਰੀਅਰ, ਕਾਰੋਬਾਰ, ਰਿਲੇਸ਼ਨਸ਼ਿਪ, ਸੋਸਾਇਟੀ, ਫਰੈਂਡ ਸਰਕਲ, ਇਹ ਸਭ ਆਧਾਰ ਹੈ ਜੀਵਨ ਦਾ। ਦ ਮਨੀ ਆਈ ਹੈਵ, ਇਹ ਸਭ ਆਧਾਰ ਹੈ। ਇਹਦੀ ਕੰਡੀਸ਼ਨਸ ਵੇਰੀਡ ਹੋ ਸਕਦੀਆਂ ਹਨ ਕਰਮਾਂ ਦੇ ਅਨੁਸਾਰ। ਜਿਵੇਂ ਕਰਮ ਹਨ ਇਵੇਂ ਮਿਲ ਜਾਂਦਾ ਹੈ ਸਾਨੂੰ। ਸੁੱਖ ਔਰ ਦੁੱਖ ਵੀ ਮਿਲ ਸਕਦਾ ਉਸੇ ਤਰ੍ਹਾਂ ਹੀ। ਸੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਇਹ ਤੇ ਸਭ ਸਾਡਾ ਕਰਮ ਹੈ। ਇਹਨੂੰ ਤਾਂ ਸਾਨੂੰ ਭੋਗਣਾ ਹੋਏਗਾ। ਪਰ ਇਹਦੇ ਵਿੱਚ ਵੀ ਇੰਟਰਵੈਂਸ਼ਨ ਹੋ ਸਕਦੀ ਹੈ। ਕਈ ਲੋਕ ਇਹਨੂੰ ਮੰਨਣ ਜਾਂ ਨਾ ਮੰਨਣ, ਪਰ ਸੂਰਜ ਪ੍ਰਕਾਸ਼ ਗ੍ਰੰਥ ਦੀ ਮੈਂ ਕਥਾ ਆਪਣੇ ਬਜ਼ੁਰਗਾਂ ਨਾਲ ਬੜੇ ਗਹਿਨ ਰੂਪ ਵਿੱਚ 4 ਸਾਲ ਬਹੁਤ ਪਿਆਰ ਨਾਲ ਸੁਣੀ। ਗੁਰੂ ਅਮਰਦਾਸ ਗੁਰੂ ਰਾਮਦਾਸ ਦੇ ਜੀਵਨ ਬਾਰੇ ਕਹਿੰਦੇ ਹਨ ਕਿ ਤੁਹਾਡਾ ਜੀਵਨ ਘੱਟ ਰਹਿ ਗਿਆ ਹੈ। ਔਰ ਕਥਾ ਇਹ ਕਹਿੰਦੀ ਹੈ ਕਿ ਗੁਰੂ ਨੇ ਆਪਣਾ ਜੀਵਨ ਉਹਨਾਂ ਨੂੰ ਦੇ ਦਿੱਤਾ। ਮੇਰਾ ਮੰਨਣਾ ਹੈ, ਕੋਈ ਮੰਨੇ ਨਾ ਮੰਨੇ, ਇਹ ਮਟੀਰੀਅਲ ਨਹੀਂ ਹੈ। ਇਹਦੇ ਵਿੱਚ ਇਹ ਜ਼ਰੂਰ ਮਟੀਰੀਅਲ ਹੈ ਕਿ ਗੁਰੂ ਹਰ ਤਰ੍ਹਾਂ ਇੰਟਰਵੀਨ ਕਰ ਸਕਦਾ ਹੈ ਲਾਈਫ ਦੇ ਵਿੱਚ। ਪਰ ਸਭ ਤੋਂ ਉੱਤਮ ਇੰਟਰਵੈਂਸ਼ਨ ਗੁਰਪ੍ਰਸਾਦ ਦੇ ਰਾਹੀਂ ਬਖਸ਼ੀ ਜਾਂਦੀ ਹੈ। ਜਦੋਂ ਮੇਰੇ ਜੀਵਨ ਦਾ ਆਧਾਰ ਹੀ ਬਦਲ ਜਾਂਦਾ ਹੈ, ਮੇਰੇ ਜੀਵਨ ਦੀ ਫਾਊਂਡੇਸ਼ਨ ਹੀ ਬਦਲ ਜਾਂਦੀ ਹੈ, ਜੋ ਮੇਰੇ ਮਨ ਦਾ ਸੋਰਸ ਹੈ, ਈਗੋ ਮਾਈਂਡ ਨਾ ਰਹਿ ਕੇ ਉਹ ਮਨ ਹੋ ਜਾਂਦਾ ਹੈ ਜਿੱਥੇ ਨਾਮ ਪ੍ਰਗਟ ਹੋ ਰਿਹਾ ਹੈ, ਜਿੱਥੇ ਆਨੰਦ ਦੀ ਵਰਖਾ ਚੱਲਦੀ ਹੈ, ਜਿੱਥੇ ਸਹਿਜ ਹੈ, ਕੰਡੀਸ਼ਨਲੈਸ ਹੈਪੀਨੈਸ। ਇਹੀ ਆਨੰਦ ਹੈ ਮਹਾਰਾਜ। ਬਸ ਅੱਖਾਂ ਮੂੰਦੀਆਂ ਔਰ ਉਤਰ ਗਏ। ਹੁਣ ਇਹਦੇ ਵਿੱਚ ਮਹਾਰਾਜ ਕਹਿੰਦੇ ਹਨ ਕਿ ਜਿਤਨਾ ਇਸ ਸੰਗਤ ਦੇ ਨੇੜੇ ਹੁੰਦੇ ਜਾਵਾਂਗੇ ਉਤਨਾ ਜੀਵਨ ਦੀ ਕੰਡੀਸ਼ਨਸ ਤੋਂ ਮੁਕਤ ਹੁੰਦੇ ਜਾਵਾਂਗੇ। ਇਹ ਵੀ ਪੋਸਿਬਿਲਿਟੀ ਹੈ ਕਿ ਕਿਸੇ ਦਾ ਆਨੰਦ ਦਾ ਦਰਵਾਜ਼ਾ ਖੁੱਲ੍ਹ ਗਿਆ ਹੋਏ ਪਰ ਫਿਰ ਵੀ ਉਹਨੂੰ ਜਨਮ ਲੈਣਾ ਪਏ, ਕਿਉਂਕਿ ਪੂਰੀ ਤਰ੍ਹਾਂ ਸਰੀਰ ਤੋਂ, ਦੁਨੀਆ ਤੋਂ ਨਾਤਾ ਟੁੱਟਿਆ ਨਹੀਂ ਹੈ ਹਾਲੇ। ਕਈ ਵਾਰ ਹੋ ਜਾਂਦਾ ਹੈ। ਉਸ ਦੁਨੀਆ ਦੇ ਰੂਲਸ ਆਪਣੇ ਹਨ। ਪਰ ਮੈਂ ਇੱਕ ਐਕਸਪੀਰੀਅੰਸ ਦੇਖਿਆ ਉਹਦੇ ਵਿੱਚ ਕਿ ਉਹੋ ਜਿਹੇ ਜੀਵਨ ਵਿੱਚ ਜੋ ਸੰਤ ਪੁਰਸ਼ ਹਨ ਉਹਨਾਂ ਦੀ ਰੂਹਾਂ ਇਕੱਠੇ ਚੱਲਦੀਆਂ ਹਨ। ਉਹ ਇੱਕ ਦੂਜੇ ਨੂੰ ਸਪੋਰਟ ਕਰਦੇ ਹਨ। ਜਿਵੇਂ
ਇੱਕ ਜਨਮ ਤੋਂ ਦੂਜੇ ਜਨਮ, ਕਿਉਂਕਿ ਕੰਡੀਸ਼ਨਸ ਬਹੁਤ ਵੇਰੀ ਕਰ ਰਹੀਆਂ ਹਨ। ਕੋਈ ਵੱਡਾ ਜਾਗੀਰਦਾਰ ਹੈ, ਅਗਲੇ ਜਨਮ ਵਿੱਚ ਉਹ ਮਕੈਨਿਕ ਦੇ ਰੂਪ ਵਿੱਚ ਕਿਧਰੇ ਪ੍ਰਗਟ ਹੋ ਗਿਆ ਉਹਦੇ ਘਰ ਵਿੱਚ। ਹੁਣ ਉੱਥੇ ਕੀ ਹਾਲਾਤ ਹਨ, ਕੀ ਹੋਏਗਾ, ਉਹ ਕੰਡੀਸ਼ਨਸ ਦੇਖ ਕੇ ਇਹੋ ਜਿਹੇ ਪੁਰਸ਼ ਦਰਸ਼ਨ ਦਿੰਦੇ ਹਨ। ਫਿਰ ਉਹ ਗਿਆਨ ਦੇਖਦੇ ਹਨ ਕਿ ਕਿੱਥੇ ਮੈਂ ਜਨਮ ਲੈ ਰਿਹਾ ਹਾਂ, ਰੁਕ ਸਕਦੇ ਹਨ, ਉਹਨਾਂ ਕੋਲ ਸਮਾਂ ਹੈ, ਜਲਦੀ 'ਚ ਨਹੀਂ ਰਹਿੰਦੇ। ਜਿਤਨਾ ਅਨਸਟੇਬਲ ਮਾਈਂਡ ਹੋਏਗਾ ਮੇਰਾ, ਉਤਨਾ ਜਲਦੀ ਮੈਨੂੰ ਜਨਮ ਲੈਣਾ ਪਏਗਾ। ਤਾਂ ਕਈ ਵਾਰ ਤਾਂ ਇਮੀਡੀਏਟਲੀ ਸਰੀਰ ਧਾਰ ਲੈਂਦਾ ਹਾਂ, ਔਰ ਅਗਰ ਕੋਈ ਕਰਦਾ ਹੈ ਇਸ ਤਰ੍ਹਾਂ ਤਾਂ ਉਸ ਨੂੰ ਕੋਈ ਕੰਡੀਸ਼ਨ ਦਾ ਕੰਟਰੋਲ ਨਹੀਂ ਹੈ। ਉਹਦੀ ਅਰਜੈਂਸੀ ਟੂ ਗੈਟ ਬੈਕ ਟੂ ਲਾਈਫ ਇਤਨੀ ਜ਼ਿਆਦਾ ਹੈ ਕਿ ਉਹ ਕਿਧਰੇ ਵੀ ਜਨਮ ਲੈ ਲੇਗਾ, ਉਹਨੂੰ ਕੋਈ ਕੰਟਰੋਲ ਨਹੀਂ ਹੈ ਕਿੱਥੇ। ਤਾਂ ਕੁਆਲਿਟੀ ਆਫ ਲਾਈਫ ਸਫਰ ਕਰਦੀ ਹੈ ਉੱਥੇ। ਪਰ ਜੋ ਇਹੋ ਜਿਹੇ ਪੁਰਸ਼ ਹਨ ਉਹ ਉਡੀਕ ਰੱਖਦੇ ਹਨ। ਉਹ ਮਾਤਾ ਪਿਤਾ, ਇਨਵਾਇਰਮੈਂਟ ਸਾਰਾ ਦੇਖ ਕੇ ਫਿਰ ਸੰਗੀ ਸਾਥੀ ਇਹ ਹੁੰਦਾ ਹੈ। ਮੈਨੂੰ ਲੱਗਦਾ ਹੈ ਇਸ ਤਰ੍ਹਾਂ, ਹੋ ਸਕਦਾ ਮੈਂ ਗਲਤ ਹੋਵਾਂ। ਇਹ ਤਾਂ ਚਲਦੇ ਇੱਕ ਬਸ ਮੈਂਸ਼ਨ ਹੋ ਗਿਆ। ਗੱਲ ਕਰਨ ਦੀ ਕੀ ਹੈ? ਗੱਲ ਕਰਨ ਦੀ ਇਹ ਹੈ ਕਿ ਮੈਂ ਇਸ ਈਗੋ ਮਾਈਂਡ ਤੋਂ ਉਸ ਨੌਨ ਈਗੋ ਮਾਈਂਡ ਦੇ ਵਿੱਚ ਉਤਰਾਂ। ਉਹਦੇ ਲਈ ਮੈਨੂੰ ਬਾਣੀ ਦੇ ਸੰਗਤ ਚਾਹੀਦੀ ਹੈ, ਜਿਹੜੀ ਮਹਾਰਾਜ ਕਹਿ ਰਹੇ ਹਨ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਜੁਗਤੀ ਜੀਵਨ ਦੀ ਜਾਣਨੀ ਹੈ, ਸ਼ਬਦ ਦੇ ਨਾਲ ਪਿਆਰ ਕਰੀਏ। ਸ਼ਬਦ ਮੇਰਾ ਗੁਰੂ ਹੈ, ਸ਼ਬਦ ਮੇਰਾ ਉਹ ਰਸਤਾ ਹੈ ਜਿਹੜਾ ਹਨੇਰੇ ਤੋਂ ਮੈਨੂੰ ਪ੍ਰਕਾਸ਼ ਵਿੱਚ ਲੈ ਜਾਏਗਾ। ਸ਼ਬਦ ਉਹ ਰਸਤਾ ਹੈ ਜਿਹੜੇ ਮੇਰੇ ਕਰਮਾਂ ਤੋਂ ਮੈਨੂੰ ਆਜ਼ਾਦ ਕਰ ਦੇਗਾ। ਸ਼ਬਦ ਉਹ ਰਸਤਾ ਹੈ ਜਿਹੜੇ ਜੀਵਨ ਦੀ ਕੰਡੀਸ਼ਨਸ ਤੋਂ ਮੈਨੂੰ ਫਰੀ ਕਰ ਦੇਗਾ, ਸਰੀਰ ਤੋਂ ਵੀ ਆਜ਼ਾਦ ਕਰ ਦੇਗਾ। ਤਾਂ ਮੈਨੂੰ ਕੋਈ ਕੰਡੀਸ਼ਨਲ ਜੀਵਨ ਦੀ ਡਿਪੈਂਡੈਂਸੀ ਨਹੀਂ ਰਹਿੰਦੀ ਹੈ। ਫਿਰ ਜਿੱਥੇ ਜਾਗਰਤ ਸੁਪਨ ਸੁਖੋਪਤ, ਜਦੋਂ ਇਹ ਤਿੰਨ ਕੰਡੀਸ਼ਨਸ ਮਨ ਦੀਆਂ ਵਿਚਾਰੀਆਂ ਜਾਂਦੀਆਂ ਹਨ, ਤਾਂ ਇਸ ਤੋਂ ਪਰੇ ਦੀ ਜਿਹੜੀ ਅਵਸਥਾ ਹੈ ਤੁਰੀਆ। ਜਿਹੜਾ ਮਨ ਲੀਨ ਹੋ ਗਿਆ, ਸਮਾ ਗਿਆ। ਗੁਰੂ ਸਮਝਾ ਰਹੇ ਹਨ ਕਿ ਜੀਵਨ ਦਾ ਆਧਾਰ ਬਦਲੀ ਕਰੀਏ। ਸਾਚਾ ਨਾਮ ਮੇਰਾ ਆਧਾਰ ਹੋ। ਮਹਾਰਾਜ ਦੇ ਮੱਥਾ ਟੇਕਣ ਦਾ ਜੀ ਕਰਦਾ ਹੈ। ਮੇਰੇ ਜੀਵਨ ਦਾ ਰਸਤਾ ਦੱਸਦੇ ਹਨ। ਚਿੰਤਾ ਤਾਂ ਹੋਏਗੀ ਉਹਨਾਂ ਨੂੰ, ਤਾਂ ਹੀ ਤਾਂ ਬਾਣੀ ਪ੍ਰਗਟ ਕਰਦੇ ਹਨ। ਹਨੇਰੇ ਵਿੱਚ ਡਿੱਗੇ ਹੋਏ ਲੋਕਾਂ ਨੂੰ ਜੋਤ ਦੇ ਵੱਲ ਤੋਰਨ ਲਈ ਗੁਰੂ ਆਪਣੇ ਤੇ ਭਾਰ ਲੈਂਦਾ ਹੈ, ਆਪਣਾ ਸਭ ਕੁਝ ਵੇਚ ਦਿੰਦਾ ਹੈ ਪ੍ਰਗਟ ਕਰਨ ਲਈ ਸਤ ਨੂੰ। ਮਹਾਰਾਜ ਕਹਿੰਦੇ ਹਨ, ਸਾਚਾ ਨਾਮ ਮੇਰਾ ਆਧਾਰ ਹੋ। ਜੋ ਸੱਚ ਹੈ, ਜੋ ਸਦਾ ਲਈ ਹੈ, ਇੱਕ ਸਾਰ ਜੀਵਨ ਵਿੱਚ ਪ੍ਰਗਟ ਹੈ, ਜੋ ਇੱਕ ਵਾਰ ਮੈਨੂੰ ਮਿਲ ਜਾਏ ਕਦੇ ਮੇਰੇ ਤੋਂ ਕੋਈ ਲੈ ਨਹੀਂ ਸਕੇਗਾ, ਜਿਹਦੇ 'ਚ ਕੋਈ ਵਿਘਨ ਨਹੀਂ ਆ ਸਕਣਗੇ। ਫਿਰ ਜਦ ਕੰਡੀਸ਼ਨਸ ਹੀ ਨਹੀਂ ਹਨ ਤਾਂ ਕੋਈ ਡਿਪੈਂਡੈਂਸੀ ਚੇਂਜਿੰਗ ਮਨ ਵਿੱਚ ਰਹਿ ਹੀ ਨਹੀਂ ਜਾਂਦੀ ਹੈ। ਨਾਮ ਆਧਾਰ ਹੈ। ਨਾਮ ਉਹ ਅਵਸਥਾ ਹੈ ਜਿੱਥੇ ਮੈਂ ਨਹੀਂ ਹਾਂ, ਈਗੋ ਨਹੀਂ ਹੈ। ਵਿਵੇਕਾਨੰਦ ਜਦੋਂ ਜਿਗਿਆਸੂ ਸੀ, ਇੱਕ ਕਾਫੀ ਪੀੜਤ ਪਰਿਵਾਰ ਤੋਂ, ਕਿਉਂਕਿ ਪਿਤਾ ਦੇ ਬੜੇ ਨੁਕਸਾਨ ਹੋਏ, ਇਹੋ ਜਿਹੀ ਜਗ੍ਹਾ ਤੋਂ ਆਉਂਦਾ ਸੀ, ਤਾਂ ਉਸ ਪੇਨ ਵਿੱਚੋਂ ਲੱਭ ਰਿਹਾ ਸੀ ਕਿ ਕੀ ਹੈ।
ਤਾਂ ਉਹ ਸੰਤਾਂ ਨੂੰ ਜਾ ਕੇ ਮਿਲਦਾ ਔਰ ਉਹਨਾਂ ਨੂੰ ਪੁੱਛਦਾ, ਤੁਸੀਂ ਰੱਬ ਦੇਖਿਆ ਹੈ? ਤਾਂ ਘਬਰਾ ਕੇ ਕੋਈ ਅਟਕਲ ਪੱਚੂ ਜਿਹੇ ਜਵਾਬ ਮਿਲਦੇ ਸਨ। ਜਿਹੜਾ ਉਹਨਾਂ ਦਾ ਗੁਰੂ ਸੀ ਪਰਮਹੰਸ, ਨਰੇਂਦਰ ਨਾਂ ਸੀ ਉਹਦਾ ਉਦੋਂ, ਵਿਵੇਕਾਨੰਦ ਦਾ ਫੈਮਿਲੀ ਨੇਮ ਨਰੇਂਦਰ ਹੈ। ਉਹ ਉਹਨਾਂ ਕੋਲ ਗਿਆ ਔਰ ਉਹਨਾਂ ਨੂੰ ਇਸੇ ਤਰ੍ਹਾਂ ਪੁੱਛਿਆ, ਹੈਵ ਯੂ ਸੀਨ ਗੋਡ? ਤਾਂ ਪਹਿਲੀ ਵਾਰੀ ਜੀਵਨ ਵਿੱਚ ਉਹਨੂੰ ਜਵਾਬ ਮਿਲਿਆ। ਉਹ ਦੰਗ ਰਹਿ ਗਿਆ। ਰਾਮਾ ਕ੍ਰਿਸ਼ਨ ਨੇ ਕਿਹਾ, ਲਾਈਕ ਆਈ ਸੀ ਯੂ ਆਈ ਸੀ ਹਿਮ। ਮੈਂ ਰੱਬ ਨੂੰ ਦੇਖਿਆ ਹੈ ਜਿਵੇਂ ਤੈਨੂੰ ਦੇਖਦਾ ਹਾਂ। ਘਬਰਾ ਗਿਆ ਨਰਿੰਦਰ। ਉਸਨੇ ਕਿਹਾ, ਤੂੰ ਦੇਖਣਾ ਹੈ ਰੱਬ? ਤਾਂ ਆਪਣਾ ਪੈਰ ਚੱਕ ਕੇ ਉਸ ਦੀ ਥਾਈ ਦੇ ਉੱਤੇ ਉਸਨੇ ਲਗਾ ਦਿੱਤਾ ਔਰ ਉਹਦੇ ਧਿਆਨ ਨੂੰ ਉਨਮਨ ਦੀ ਅਵਸਥਾ ਵਿੱਚ ਲੈ ਗਿਆ, ਜਿੱਥੇ ਈਗੋ ਨਹੀਂ ਹੈ। ਨਰਿੰਦਰ ਘਬਰਾਇਆ, ਬਹੁਤ ਚੀਕਣ ਲੱਗਾ, ਕੀ ਕਰ ਰਹੇ ਹੋ? ਮੈਂ ਨਰਿੰਦਰ ਹਾਂ, ਤੁਸੀਂ ਕਿੱਧਰ ਲੈ ਆਏ ਹੋ? ਸੰਭਾਲ ਨਹੀਂ ਸਕਿਆ। ਇਹ ਇੱਕ ਤਰ੍ਹਾਂ ਦੀ ਨਿਸ਼ਾਨੀ ਹੈ, ਆਪ ਨੂੰ ਦੱਸ ਰਿਹਾ ਹਾਂ ਸਮਝਾਉਣ ਵਾਸਤੇ, ਕਿ ਮਨ ਦੀ ਅਵਸਥਾ ਈਗੋ ਤੋਂ ਪਰੇ ਜਾਂਦੀ ਹੈ। ਇਹ ਕਿਵੇਂ ਹੋਏਗਾ? ਸਾਚਾ ਨਾਮ ਮੇਰਾ ਆਧਾਰੋ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸ਼ਬਦ ਦੇ ਨਾਲ ਪਿਆਰ ਕਰਕੇ ਹੋਏਗਾ। ਆਪ ਕਿਵੇਂ ਕਰ ਸਕਦੇ ਹੋ? ਕਿਤਨੀ ਦੇਰ ਕਰ ਸਕਦੇ ਹੋ? ਕਦੋਂ ਕਰ ਸਕਦੇ ਹੋ? ਕਿਸ ਤਰ੍ਹਾਂ ਕਰ ਸਕਦੇ ਹੋ? ਮਨ ਦੇ ਵਿੱਚ ਇਕਾਗਰਤਾ ਲਿਆ ਕੇ ਉਹਨੂੰ ਸ਼ਬਦ ਦੇ ਵਿੱਚ ਕਿਵੇਂ ਡਿਬੋ ਸਕਦੇ ਹੋ? ਇਹ ਅਸੀਂ ਸਾਰਿਆਂ ਨੇ ਆਪਣੀ ਆਪ ਡੈਫੀਨੇਸ਼ਨਸ ਦੇਣੀਆਂ ਹਨ। ਇਹ ਹੁਣ ਤਾਂ ਬਿਮਾਰੀ ਕਰਕੇ 2 ਸਾਲ ਤੋਂ ਨਹੀਂ ਹੋ ਪਾ ਰਿਹਾ, ਨਹੀਂ ਤਾਂ ਪਹਿਲਾਂ ਤੜਕੇ ਵੇਲੇ ਸੰਗਤ ਅੱਛੀ ਚੱਲਦੀ ਸੀ। 10-12 ਹੀ ਜਾਂ ਸ਼ਾਇਦ ਥੋੜਾ ਉਸ ਤੋਂ ਘੱਟ ਹੀ ਹੋਣੇ ਆ ਸੀ। ਸਵੇਰੇ 4 ਵਜੇ ਬੈਠ ਜਾਂਦੇ ਸਾਂ ਬਾਣੀ ਦੇ ਦਰਸ਼ਨ ਵਿੱਚ। ਜੋ ਸਾਨੂੰ ਬਜ਼ੁਰਗਾਂ ਨੇ ਮੈਨੂੰ ਸਮਝਾਇਆ, ਜੋ ਕੀਤਾ ਉਹਨਾਂ ਨੇ, ਮੈਂ ਤਾਂ ਉਸੇ ਤਰ੍ਹਾਂ ਜੀ ਸਕਦਾ ਹਾਂ। ਔਰ ਕਈ ਵਾਰ ਕੁਝ ਰਿਜ਼ਲਟਸ ਵੀ ਸ਼ਾਇਦ ਲੱਭੇ ਹੋਣ ਲੋਕਾਂ ਨੂੰ। ਤੜਫਣ ਤੇ ਹੈ, ਹੁਣ ਇਹੀ ਕਰਨਾ ਚਾਹੀਦਾ ਹੈ। ਮੈਨੂੰ, ਆਪ ਨੂੰ, ਪੰਥ ਨੂੰ, ਸਾਰਿਆਂ ਨੂੰ। ਪਰ ਸ਼ੁਰੂਆਤ ਵਿੱਚ ਕਈ ਵਾਰ ਇਹ ਵੀ ਹੁੰਦਾ ਹੈ ਕਿ ਅਸੀਂ 4 ਵਜੇ ਉੱਠ ਨਹੀਂ ਸਕਦੇ, ਤਾਂ ਕਦੋਂ ਉੱਠ ਸਕਦੇ ਹਾਂ? ਅੰਮ੍ਰਿਤ ਵੇਲੇ ਦੀ ਗੱਲ ਬਾਣੀ ਦੇ ਵਿੱਚ ਬੜੀ ਪ੍ਰਗਟ ਹੈ। ਭਗਤ ਫਰੀਦ ਨੇ ਇੱਕ ਬਹੁਤ ਕਰੜਾ ਜਵਾਬ ਦਿੱਤਾ ਹੈ, ਪਿਛਲ ਰਾਤ ਨਾ ਜਾਗਿਓ, ਜੀਵੰਦੜੋ ਮੋਇਓ। ਜੋ ਪਿਛਲੀ ਰਾਤ ਨੂੰ ਨਹੀਂ ਸੰਭਾਲਦਾ, ਉਹ ਜਿੰਦਾ ਹੋਇਆ ਮਰਿਆ ਹੈ। ਜਿਵੇਂ ਕਿ ਪਿਛਲੀ ਰਾਤ ਦੇ ਵਿੱਚ ਕੋਈ ਕੁੰਜੀ ਲੱਭਦੀ ਹੋਏ, ਕੁਝ ਸੰਗਤ ਹੋਏ ਐਸੀ, ਕਿਉਂਕਿ ਦੁਨੀਆ ਸਾਰੀ ਸੁੱਤੀ ਹੈ। ਪਰ ਮੈਂ ਆਪ ਨਾਲ ਇਹੋ ਜਿਹੀ ਕੋਈ ਇੰਪੋਜੀਸ਼ਨ ਨਹੀਂ ਕਰਨਾ ਚਾਹੁੰਦਾ, ਠੀਕ ਵੀ ਨਹੀਂ ਹੈ। ਇਹ ਸਾਰੀਆਂ ਸਾਡੀਆਂ ਆਪਣੀਆਂ ਚੋਇਸਿਸ ਹਨ। ਮੈਨੂੰ ਇਹ ਵੀ ਲੱਗਦਾ ਹੈ ਕਿ ਇੰਡੀਵਿਜੂਅਲ ਵਾਸਤੇ ਇਹ ਮੁਸ਼ਕਿਲ ਵੀ ਹੈ। ਸੰਗਤ ਰੂਪ ਵਿੱਚ ਫਿਰ ਵੀ ਇੱਕ ਦੂਜੇ ਦੀ ਸ਼ਕਤੀ ਉਹਦੇ 'ਚ ਰਲ ਜਾਂਦੀ ਹੈ। ਜਿਵੇਂ ਅਸੀਂ ਲੰਗਰ ਇਕੱਠੇ ਖਾਂਦੇ ਹਾਂ ਤੇ ਸਾਰੀਆਂ ਦੀਆਂ ਕਾਮਨਾਵਾਂ ਉਸ ਲੰਗਰ ਨੂੰ ਸਵਾਦਿਸ਼ਟ ਬਣਾ ਦਿੰਦੀਆਂ ਹਨ। ਇਵੇਂ ਜਦੋਂ ਅਸੀਂ ਰਸ ਬਾਣੀ ਦਾ ਲੈਂਦੇ ਹਾਂ ਇਕੱਠੇ, ਤਾਂ ਸਾਡੇ ਸਾਰਿਆਂ ਦੀਆਂ ਕਾਮਨਾਵਾਂ, ਇੱਛਾਵਾਂ ਉਹਦੇ ਵਿੱਚ ਸ਼ਕਤੀ ਲਗਾ ਦਿੰਦੀ ਹੈ। ਅਰਵਿੰਦਰ ਵੀਰ ਨਾਲ ਸ਼ੁਰੂ 'ਚ ਕਈ ਸਾਲ ਹੋ ਗਏ, ਹੁਣ ਤਾਂ ਸ਼ਾਇਦ 20 ਸਾਲ ਹੋ ਗਏ, ਅਸੀਂ ਜਗ੍ਹਾ ਜਗ੍ਹਾ ਸਵੇਰੇ ਚਲੇ ਜਾਂਦੇ ਸਾਂ।
ਤਾਂ ਇੱਕ ਦੂਜੇ ਨੂੰ ਉਠਾਈਦਾ ਸੀ ਸਵੇਰੇ। ਪਰ ਬਾਣੀ ਦੇ ਇੱਕ ਹੋਰ ਦਰਸ਼ਨ ਵੀ ਹਨ। ਮਹਾਰਾਜ ਸੁਖਮਨੀ ਸਾਹਿਬ ਵਿੱਚ ਕਹਿ ਰਹੇ ਹਨ ਕਿ ਉਠਤ ਬੈਠਤ ਸੋਵਤ ਜਾਗਤ, ਕਿ ਇਹ ਨਾਮ ਦੀ ਅਵਸਥਾ ਅਗਰ ਇੱਕ ਵਾਰ ਦ੍ਰਿੜ ਹੋ ਜਾਏ ਤਾਂ ਕੋਈ ਰਿਲੇਸ਼ਨਸ਼ਿਪ ਨਹੀਂ ਰਹਿੰਦਾ। 8 ਪਹਿਰ ਦੀ ਗੱਲ ਕਰਦੇ ਹਨ ਉਹ ਤਾਂ ਫਿਰ ਦਰਸ਼ਨ 8 ਪਹਿਰ ਦੇ ਹਨ ਪ੍ਰੇਮ ਦੇ। ਪਰ ਇਹ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਗੱਲ ਇਹ ਹੈ ਕਿ ਮੈਂ ਆਪਣੇ ਮਨ ਵਿੱਚ ਇੱਕ ਸੰਕਲਪ ਕਰ ਲਵਾਂ ਕਿ ਮੈਂ ਦਰਵਾਜ਼ਾ ਖੋਲ੍ਹਣਾ ਹੈ। ਇਸ ਹਉਮੈ ਰੂਪੀ ਮਨ ਤੋਂ ਪਰੇ ਨਾਮ ਦੀ ਅਵਸਥਾ ਨੂੰ ਜੀਣਾ ਹੈ। ਔਰ ਗੁਰੂ ਤਾਂ ਜੁੜੇ ਹਨ। ਸੱਚੀ ਅਰਦਾਸ ਅਗਰ ਕੀਤੀ ਜਾਏ ਤਾਂ ਉਹਦਾ ਜਵਾਬ ਹੈ, ਹਾਜ਼ਰ ਹੈ, ਕਿਧਰੇ ਦੂਰ ਨਹੀਂ ਹੈ। ਪੁਕਾਰਨ ਦੀ ਲੋੜ ਹੈ। ਸਾਚਾ ਨਾਮ ਮੇਰਾ ਆਧਾਰੋ, ਉਸ ਸੱਚੇ ਨਾਮ ਨੂੰ ਜੀਵਨ ਦਾ ਆਧਾਰ ਬਣਾਉਣਾ ਹੈ। ਮਹਾਰਾਜ ਕਹਿੰਦੇ ਹਨ ਜੋ ਸੱਚਾ ਹੈ, ਜੋ ਸਦਾ ਹੈ, ਜੋ ਨਿਰੰਕਾਰ ਹੈ। ਇਹ ਜਨਮ ਗੁਰੂ ਨੂੰ ਮਿਲਣ ਤੋਂ ਬਾਅਦ ਹੀ ਮਿਲੇਗਾ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਤਾਂ ਆਵਾਗਮਨ ਮਿਟ ਜਾਏਗਾ। मूवमेंट माइंड तो आज़ाद हो जाएगा इंसान। इस जन्म विच यह कर्म असी करना है या नहीं, यह चॉइस साडे कोल इस वेले है, फिर नहीं रहेगी। यह हुण इंडिविजुअल चॉइसिस हैं। मैं की चूज करता हाँ। साच नाम आधार मेरा, ਤਾਂ ਇਹਦੇ ਰਿਜ਼ਲਟ ਕੀ ਹਨ? ਜਦ ਸੱਚਾ ਨਾਮ ਮੇਰੇ ਜੀਵਨ ਦਾ ਆਧਾਰ ਬਣਦਾ ਹੈ, ਜਿਨ ਭੁੱਖਾਂ ਸਭ ਗਵਾਈਆਂ, ਮਨ ਭੁੱਖਾ ਭੁੱਖਾ ਮਤ ਕਰੇ। ਅਸੀਂ ਸਾਰੇ ਭੁੱਖੇ ਹਾਂ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ। ਜਿਵੇਂ ਭਗਤ ਕਬੀਰ ਬਾਣੀ ਦੇ ਵਿੱਚ ਇੱਕ ਦਰਸ਼ਨ ਕਰਾਉਂਦੇ ਹਨ ਸਾਨੂੰ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭ੍ਰਮਤਾ ਪਰਮ ਭੁਲਾਇਆ। ਕਸਤੂਰੀ ਮਸਕ ਡੀਅਰ, ਉਹਦੇ ਸਰੀਰ ਦੇ ਵਿੱਚ ਹੀ ਪਿੱਛੇ ਮਸਕ ਹੁੰਦੀ ਹੈ, ਕਸਤੂਰੀ, ਜਿਹਦੀ ਸੁਗੰਧ ਉਸਨੂੰ ਜਰੀ ਜ਼ੋਰ ਦੀ ਲੱਗਦੀ ਹੈ, ਔਰ ਉਹ ਆ ਜਨਮ ਉਸਨੂੰ ਲੱਭਦਾ ਹੈ ਕਿ ਕਿੱਧਰ ਹੈ, ਔਰ ਭਰਮਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, ਉਹਨੂੰ ਲੱਭਦੀ ਨਹੀਂ ਹੈ। ਜਿਹੜੀ ਚੀਜ਼ ਸਦਾ ਹੀ ਉਹਦੇ ਨਾਲ ਸੀ। ਇਹ ਐਨਾਲੋਜੀ ਕਿਤਨੀ ਐਪਟ ਹੈ ਮਨ ਦੇ ਜੀਵਨ ਲਈ, ਇਨਸਾਨ ਦੇ ਜੀਵਨ ਲਈ। ਇਨਸਾਨ ਦੇ ਅੰਦਰ ਇੱਕ ਹੀਰਾ ਵਸਦਾ ਹੈ ਨਾਮ ਦਾ, ਇੱਕ ਆਨੰਦ ਦਾ ਦਰਿਆ ਬਹਿ ਰਿਹਾ ਹੈ, ਔਰ ਉਸਨੂੰ, ਉਸ ਸੁੱਖ ਨੂੰ ਬਾਹਰ ਲੱਭਦੇ ਰਹਿੰਦੇ ਹਾਂ ਅਸੀਂ। ਜਿਉਂ ਕਸਤੂਰੀ ਮਿਰਗ ਨਾ ਜਾਣੇ, ਜਿਵੇਂ ਕਸਤੂਰੀ ਮਿਰਗ ਨਹੀਂ ਜਾਣਦਾ, ਡੀਅਰ ਨਹੀਂ ਜਾਣਦਾ ਕਿ ਕਸਤੂਰੀ ਕਿੱਥੇ ਹੈ। ਭਰਮ ਦਾ ਭਰਮ ਭੁਲਾਇਆ, ਭਰਮ ਵਿੱਚ ਭੁੱਲ ਗਿਆ। ਭਰਮਾ ਘੁੰਮਦਾ ਰਹਿੰਦਾ ਹੈ, ਜਗ੍ਹਾ ਜਗ੍ਹਾ ਭਟਕਦਾ ਰਹਿੰਦਾ ਹੈ, ਲੱਭਦਾ ਰਹਿੰਦਾ ਹੈ। ਇਵੇਂ ਮੇਰਾ ਜੀਵਨ ਹੈ। ਮੈਂ ਵੀ ਲੱਭਦਾ ਰਹਿੰਦਾ ਹਾਂ ਕਿ ਕਿੱਧਰ ਹੈ ਸੱਚ, ਕਿੱਧਰ ਹੈ ਉਹ ਆਨੰਦ, ਕਿੱਧਰ ਹੈ ਉਹ ਅਨਕੰਡੀਸ਼ਨਲ ਹੈਪੀਨੈਸ, ਸਦਾ ਵਿਗਾਸ ਕਿੱਥੇ ਹੈ ਮਹਾਰਾਜ। ਬਾਹਰ ਲੱਭਦਾ ਰਹਿੰਦਾ ਹਾਂ। ਔਰ ਇਸ ਭੁੱਖਣ ਦੇ ਵਿੱਚ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਇਹ ਬੰਨਾ ਮੈਂ ਭੋਗ ਦੇ ਅਨਲਿਮਿਟਿਡ ਭੋਗ ਲਵਾਂ, ਭੁੱਖ ਨਹੀਂ ਉਤਰੇਗੀ। ਮਹਾਰਾਜ ਕਹਿੰਦੇ ਹਨ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਪਾਰ। ਇੱਕ ਭਾਰ ਪੂੜੀਆਂ ਦਾ ਮੈਂ
ਆਪਣੇ ਨਾਲ ਲੱਦ ਲਵਾਂ ਫਿਰ ਵੀ ਭੁੱਖ ਨਹੀਂ ਜਾਏਗੀ। ਭੁੱਖ ਕਿਸ ਤਰ੍ਹਾਂ ਜਾਂਦੀ ਹੈ ਮਹਾਰਾਜ? ਇਹ ਸਭ ਕਨੈਕਟਡ ਹਨ। ਇਹ ਭ੍ਰਮਣ ਜੋ ਮੈਂ ਕਰ ਰਿਹਾ ਹਾਂ, ਇਹ ਭੁੱਖ ਸੇਸੀਏਸ਼ਨ ਜੇ ਮੈਂ ਲੱਭ ਰਿਹਾ ਹਾਂ, ਸੰਤੁਸ਼ਟੀ ਔਰ ਸਹਿਜ ਜਿਹੜਾ ਮੈਂ ਲੱਭ ਰਿਹਾ ਹਾਂ, ਇਹ ਇੱਕ ਨਾਮ ਦਾ ਪ੍ਰੋਡਕਟ ਹੈ। ਨਾਮ ਤੋਂ ਮੈਨੂੰ ਮਿਲਦਾ ਹੈ। ਤਾਂ ਜਦ ਸੱਚਾ ਨਾਮ ਮੇਰਾ ਆਧਾਰ ਬਣੇਗਾ ਤਾਂ ਭੁੱਖਾਂ ਸਭ ਗਵਾਈਆਂ। ਫਿਰ ਮੇਰੇ ਜੀਵਨ ਰੀਡਿਫਾਈਨ ਹੋ ਗਿਆ। ਇਸ ਤਰ੍ਹਾਂ ਨਹੀਂ ਹੈ ਕਿ ਮੈਂ ਜੀਵਨ ਜੀਣਾ ਛੱਡ ਦਿਆਂਗਾ, ਕਿ ਮੈਂ ਭੋਗ ਵਿੱਚ ਨਹੀਂ ਜਾਵਾਂਗਾ। ਐਬਸੋਲੂਟਲੀ ਨਾਟ। ਕਿ ਮੈਂ ਜੀਵਨ ਵਿੱਚ ਉਸ ਤਰ੍ਹਾਂ ਨਹੀਂ ਵਿਚਰਾਂਗਾ ਕਿ ਮੈਂ ਖਰੀਦਾਂਗਾ ਕੁਝ ਸਮਾਨ ਹੀ ਨਹੀਂ। ਉਹ ਕੰਡੀਸ਼ਨਸ ਮੇਰੇ ਈਗੋ ਮਾਈਂਡ ਤੇ ਡਿਫਾਈਨ ਹੋਣਗੀਆਂ, ਪਰ ਮੇਰੇ ਜੀਵਨ ਹੁਣ ਕੰਜ਼ੰਪਸ਼ਨ ਬੇਸ ਤੋਂ ਚੇਂਜ ਹੋ ਕੇ ਨੀਡ ਬੇਸ ਹੋ ਜਾਏਗਾ, ਕਿਉਂਕਿ ਮੈਂ ਉਸ ਭੁੱਖ ਨੂੰ ਪਹਿਲੇ ਸੇਸ਼ੀਏਟ ਕਰ ਰਿਹਾ ਹਾਂ ਭੋਗ ਨਾਲ। ਉਹ ਨਹੀਂ ਹੋਏਗਾ ਹੁਣ। ਉਹ ਜਿਹੜੀ ਪ੍ਰਾਈਮਲ ਹੰਗਰ ਹੈ ਮੇਰੇ ਜੀਵਨ ਦੇ ਅੰਦਰ, ਉਹ ਹੁਣ ਨਾਮ ਤੋਂ ਪੂਰੀ ਹੋ ਰਹੀ ਹੈ। ਤਾਂ ਮੈਂ ਜਦੋਂ ਜੀਵਨ ਵਿੱਚ ਉਤਰਦਾ ਹਾਂ, ਹੁਣ ਉਸ ਭੁੱਖ ਨੂੰ ਪੂਰੇ ਕਰਨ ਵਾਸਤੇ ਨਹੀਂ ਉਤਰਦਾ ਹਾਂ, ਮੌਜ ਵਿੱਚ ਉਤਰਦਾ ਹਾਂ, ਹੁਕਮ ਵਿੱਚ ਉਤਰਦਾ ਹਾਂ, ਜਾਂ ਨੀਡ ਬੇਸਡ ਜੀਵਨ ਵਿੱਚ ਉਤਰਦਾ ਹਾਂ। ਔਰ ਉਹ ਉਸ ਤਰ੍ਹਾਂ ਦਾ ਜੀਵਨ ਹੈ ਜਿਹੜਾ ਟੁੱਟਦਾ ਨਹੀਂ ਹੈ ਫਿਰ ਆਪਣੇ ਸੋਰਸ ਤੋਂ। ਤਾਂ ਜਿਨ੍ਹਾਂ ਚੀਜ਼ਾਂ ਨੂੰ ਈਵਲ ਗਿਣ ਗਿਆ ਹੈ ਦੁਨੀਆ ਨੂੰ, ਜਿਹੜੀ ਕ੍ਰਿਸਚੈਨਿਟੀ ਨੇ ਰੀਡਿਫਾਈਨ ਕੀਤੀ ਹੈ ਲਾਈਫ, ਜਿੱਥੇ ਸੈਕਸ ਨੂੰ ਉਸਨੇ ਡਿਫਾਈਨ ਕੀਤਾ ਇਮੋਰਲ। ਗੁਰਬਾਣੀ ਤਾਂ ਨਹੀਂ ਕਹਿੰਦੀ ਹੈ ਇਹ ਗੱਲ। ਹਾਂ, ਇਹ ਜ਼ਰੂਰ ਕਹਿੰਦੀ ਹੈ ਕਿ ਨਾਮ ਤੋਂ ਟੁੱਟ ਕੇ ਜੀਵਨ ਜੀਣਾ, ਉੱਥੇ ਹੀ ਦੋਸ਼ ਸ਼ੁਰੂ ਹੋ ਗਿਆ। ਨਾਮ ਦੇ ਵਿੱਚ ਜੋ ਹੁਕਮ ਦਾ ਜੀਵਨ ਹੈ, ਉਹਦੇ ਵਿੱਚ ਜੀਣਾ ਹੈ। ਤਾਂ ਸਾਡੀ ਸੁਸਾਇਟੀ ਇਸ ਵੇਲੇ ਦਰਅਸਲ ਗੁਰਮਤ ਅਨੁਸਾਰ ਡਿਫਾਈਨ ਨਹੀਂ ਹੋ ਰਹੀ ਹੈ, ਕਿਉਂਕਿ ਅਸੀਂ ਨਾਮ ਤੋਂ ਹੀ ਟੁੱਟੇ ਹੋਏ ਹਾਂ। ਤਾਂ ਸਾਨੂੰ ਡਰ ਵੀ ਲੱਗਦਾ ਹੈ ਫਿਰ ਕਿ ਗੁਰੂ ਕੋਲ ਜਾਵਾਂਗੇ ਤੇ ਇਹ ਛੱਡਣਾ ਪਏਗਾ ਜਾਂ ਉਹ ਛੱਡਣਾ ਪਏਗਾ, ਜਾਂ ਕੀ ਪਤਾ ਕੀ ਹੋਏਗਾ। ਹੋਏਗਾ ਤਾਂ ਸਹੀ ਚੇਂਜ, DNA ਲੈਵਲ ਤੇ ਚੇਂਜ ਹੋ ਜਾਏਗਾ, ਮਨ ਦਾ ਸਟਰਕਚਰ ਹੀ ਬਦਲੀ ਹੋ ਜਾਏਗਾ, ਪ੍ਰੋਵਾਈਡਡ ਕਿ ਮੈਂ ਨਾਮ ਵਿੱਚ ਉਤਰਾਂ। ਤਾਂ ਮੈਂ ਇਹ ਗੱਲਾਂ ਕਿਉਂ ਆਪ ਨਾਲ ਸਾਂਝੀ ਕਰਦਾ ਹਾਂ ਕਿ ਜੋ ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਜੀਵਨ ਦੇ ਸੋਲਿਊਸ਼ਨਸ, ਬਾਹਰਮੁਖੀ ਜੀਵਨ ਤੋਂ ਪ੍ਰੋਬਲਮਸ ਖੜੀਆਂ ਹੋ ਰਹੀਆਂ ਹਨ ਮੇਰੇ ਜੀਵਨ ਵਿੱਚ, ਉਹਦੇ ਸੋਲਿਊਸ਼ਨਸ ਬਾਹਰ ਨਹੀਂ ਹਨ ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਲੱਭਦਾ ਹਾਂ। ਹੈਣ ਤਾਂ ਸਹੀ, ਪਰ ਉਸ ਤਰ੍ਹਾਂ ਨਹੀਂ। ਉਹ ਆਧਾਰ ਬਦਲਣ ਤੇ ਸੋਲਿਊਸ਼ਨਸ ਮਿਲਦੇ ਹਨ, ਔਰ ਉਸ ਆਧਾਰ ਨੂੰ, ਫਾਊਂਡੇਸ਼ਨ ਨੂੰ, ਜੀਵਨ ਦੇ ਸੋਰਸ ਨੂੰ ਇਸ ਹਉਮੈ ਰੂਪੀ ਮਨ ਤੋਂ ਉਸ ਮਨ ਵਿੱਚ ਲਿਜਾਣਾ ਹੈ ਜਿੱਥੇ ਨਾਮ ਹੈ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਫਿਰ ਭੁੱਖਾਂ ਚਲੀਆਂ ਗਈਆਂ ਤਾਂ ਕੀ ਹੋਏਗਾ? ਮਨ ਸ਼ਾਂਤ ਹੋ ਜਾਏਗਾ, ਅਸ਼ਾਂਤੀ ਤੋਂ ਹਟ ਜਾਏਗਾ, ਸਹਿਜ ਵਿੱਚ ਉਤਰ ਜਾਏਗਾ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਮਨ ਵਿੱਚ ਸੁਖ ਆ ਗਿਆ, ਅਨਕੰਡੀਸ਼ਨਲ ਸੁਖ ਆ ਗਿਆ। ਜਿਨ ਇੱਛਾ ਸਭ ਪੁਜਾਈਆਂ। ਸਾਰੀ ਇੱਛਾ ਹੀ ਸਾਰੀ ਖੁਸ਼ੀ ਦੀ ਹੈ ਮੇਰੀ ਸਾਰੀ ਡਿਮਾਂਡਸ ਔਰ ਨੀਡ ਇਸ ਆਨੰਦ ਕਰਕੇ ਹੀ ਹੈ। ਪਰ ਗੁਰੂ ਕਹਿੰਦਾ ਹੈ ਇੱਛਾ ਸਾਰੀਆਂ ਪੂਰੀ ਕਰਦਾ ਹੈ, ਉਹ ਅਧੂਰੀ ਨਹੀਂ ਹਨ। ਮਨ ਨੂੰ ਪੂਰਾ ਹੀ ਬਦਲ ਦਿੰਦਾ ਹੈ। ਇੱਕ ਤਰ੍ਹਾਂ ਦਾ ਨਵਾਂ ਜੀਵਨ ਹੈ। सतगुर के जन्म में गमन मिटाया, सदा कुर्बान कीता गुरु विटो। हुण गुरु कह रहे हैं मैं सदा ही कुर्बान हाँ गुरु नूं, निरंकार नूं, शब्द नूं।
जिस जिन इच्छा सब पुजाइयां, सदा कुर्बान कीता गुरु विटो, जिस दियां ਇਹ ਵਡਿਆਈਆਂ। ਇਹ ਵਡਿਆਈ ਹੈ ਨਿਰੰਕਾਰ ਦੀ, ਗੁਰੂ ਦੀ, ਕਿ ਉਸ ਅਵਸਥਾ ਦਾ ਦਾਨ ਬਖਸ਼ਦਾ ਹੈ ਜਿਹੜੀ ਸਦਾਲੀ ਹੈ, ਔਰ ਜਿੱਥੇ ਮ੍ਰਿਤਿੂ ਨਹੀਂ ਹੈ, ਫਿਰ मूवमेंट नहीं है, स्टेबिलिटी है, सहज है, भुख नहीं है फिर मन दी। यह वड्डी गल है, वडियाई है। शरीर तो परे दी कंडीशनस प्रगट होना उदी वडियाई है। मेरे मन विच एक्सपीरियंस उतर जाए आनंद दा, यह गुरप्रसाद दा एक्सपीरियंस है। सदा कुर्बान महाराज कहते हैं सदा लई, क्योंकि पहले भी सानू उन्होंने बख्शिया है ये बचन, तू सदा रहे गुर नाले। गुरु अमरदास जान के जीवन नू दस रहे हैं सानू, उन्होंने जानिया है इस अवस्था नू। ये गल्लां नहीं हैं सिर्फ, सदा कुर्बान। एक दर्शन ਹਨ गुरु ਦੇ अंदर। ਸਾਡੇ ਲੋਕਾਂ ਦਾ ਸੈਂਟਰ ਕਿੰਨੀ ਜਲਦੀ ਬਦਲ ਜਾਂਦਾ ਹੈ। ਅਗਰ ਕੱਲ ਸਾਨੂੰ ਪ੍ਰਾਈਮ ਮਿਨਿਸਟਰ ਬੁਲਾ ਲੇ ਤਾਂ ਅਸੀਂ ਭੱਜਦੇ ਜਾਵਾਂਗੇ, ਜੀਵਨ ਇੱਕਦਮ ਗਿਰ ਜਾਏਗਾ, ਸਾਰੀ ਕੰਡੀਸ਼ਨਸ ਗਿਰ ਜਾਣਗੀਆਂ ਪਾਵਰ ਦੇ ਸਾਹਮਣੇ। ਗੁਰੂ ਅਮਰਦਾਸ ਮਹਾਰਾਜ ਕੋਲ ਅਕਬਰ ਆਇਆ ਹੈ, ਗੁਰੂ ਨੂੰ ਖਬਰ ਕੀਤੀ ਹੋਣੀ ਕਿਸੇ ਨੇ, ਤਾਂ ਗੁਰੂ ਕਹਿੰਦੇ ਹਨ ਉਹਨਾਂ ਨੂੰ ਕਹੋ ਪਹਿਲੇ ਪੰਗਤ ਪਾਛੇ ਸੰਗਤ। ਜਿਸ ਕੋਲ ਨਿਰੰਕਾਰ ਦੇ ਚੜਿਆ ਦਸਮ ਦੁਆਰ, ਉਹ ਮਾਲਕ ਹੈ, ਦਰਅਸਲ ਮਾਸਟਰ ਹੈ। ਉਹ ਗਿਆਨ ਦੇ ਉਸ ਆਨੰਦ ਵਿੱਚ ਬੈਠਾ ਹੈ ਜਿੱਥੇ ਉਸ ਨੂੰ ਕਿਸੇ ਪਾਵਰ ਦੀ ਭੁੱਖ ਨਹੀਂ ਹੈ, ਜਿਹੜੀ ਅਸੀਂ ਹੁਣ ਅੱਜ ਕੱਲ੍ਹ ਅਸੀਂ ਵੀ ਲੱਭਦੇ ਹਾਂ। ਬਾਰ ਬਾਰ ਪੰਥ ਵਿੱਚ ਇਹ ਗੱਲ ਚੱਲਦੀ ਹੈ, ਬਿਨਾਂ ਪਾਵਰ ਦੇ ਤਾਂ ਜੀਵਨ ਹੀ ਖਤਮ ਹੋ ਜਾਏਗਾ। ਗੁਰੂ ਨੇ ਤਾਂ ਨਹੀਂ ਕਿਹਾ ਇਹ ਗੱਲ। ਇੱਕ ਪੰਕਤੀ ਨੂੰ ਲੈ ਕੇ ਅਸੀਂ ਘੁਮਾਉਂਦੇ ਰਹਿੰਦੇ ਹਾਂ ਬਾਰ ਬਾਰ, ਮਨ ਦੇ ਵਿੱਚ ਨਾ ਜਾਣਦੇ ਇਹ ਮੈਥਡਸ ਹਨ ਮੇਰੇ ਹਿਸਾਬ ਨਾਲ। ਜਿਹੜਾ ਜੀਵਨ ਜਾਨ ਸਾਨੂੰ ਜੀਣਾ ਚਾਹੀਦਾ ਹੈ ਉਹਨੂੰ ਤਿਆਗ ਚੁੱਕੇ ਹਾਂ, ਨਾਮ ਨੂੰ ਛੱਡ ਚੁੱਕੇ ਹਾਂ। ਬਾਣੀ ਦੀ ਸੰਗਤ ਔਰ ਬਾਣੀ ਦਾ ਪਿਆਰ ਘਟ ਗਿਆ ਹੈ, ਘਾਟ ਹੈ ਜੀਵਨ ਵਿੱਚ, ਮੇਰੇ ਵੀ ਹੈ। ਤਾਂ ਗੁਰੂ ਕਹਿ ਰਹੇ ਹਨ ਕਿ ਪਹਿਲੇ ਪੰਗਤ ਅਕਬਰ ਨੇ ਪੰਗਤ ਕੀਤੀ। ਫਿਰ ਤਾਂ ਇੱਥੇ ਸੈਂਟਰ ਕੌਣ ਹੈ? ਜਿਵੇਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਮਹਾਰਾਜ ਦੀ ਪਰਿਕਰਮਾ ਕਰਦੇ ਹਾਂ, ਸੈਂਟਰ ਕੌਣ ਹੈ? ਗੁਰੂ ਹੈ। ਉਹ ਥਿਰ ਹੈ, ਉਹ ਬਦਲਦਾ ਨਹੀਂ ਹੈ। ਤਾਂ ਅਕਬਰ ਬਦਲਿਆ ਹੈ, ਗੁਰੂ ਮੰਨਿਆ ਹੈ, ਫਿਰ ਸੈਂਟਰ ਬਣਾਇਆ ਹੈ ਗੁਰੂ ਅਮਰਦਾਸ ਨੂੰ, ਤਾਂ ਹੀ ਮੰਨਿਆ ਹੈ, ਫਿਰ ਬਚਨ ਕਰਕੇ ਗਿਆ ਹੈ। ਅਸੀਂ ਕਿੰਨੀ ਜਲਦੀ ਬਦਲ ਜਾਂਦੇ ਹਾਂ। ਇਹੀ ਪ੍ਰਗਟ ਹੋ ਰਿਹਾ ਹੈ ਮਹਾਰਾਜ ਦੀ ਬਾਣੀ ਤੋਂ ਵੀ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਗੁਰੂ ਨੂੰ ਕੁਰਬਾਨ ਹੋਏ ਹਨ। ਗੁਰੂ ਸੈਂਟਰ ਹੈ ਜੀਵਨ ਦਾ। ਸਦਾ ਕੁਰਬਾਨ ਇਹ ਦਿਖਾਉਂਦਾ ਹੈ ਕਿ ਮੇਰਾ ਵਿਜ਼ਨ ਆਫ ਲਾਈਫ ਕੀ ਹੈ, ਮੇਰੀ ਲਾਈਫ ਦਾ ਸੈਂਟਰ ਕੌਣ ਹੈ? ਗੁਰੂ ਹੈ। ਗੁਰੂ ਇਸ ਨੂੰ ਪ੍ਰਗਟ ਕਰ ਰਹੇ ਹਨ ਕਿ ਮੇਰੇ ਮਨ ਦਾ ਸੈਂਟਰ ਸ਼ਬਦ ਹੈ, ਗੁਰਬਾਣੀ ਹੈ, ਸ਼ਬਦ ਦੇ ਨਾਲ ਪ੍ਰੇਮ ਹੈ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਹੀ ਸਾਡਾ ਫਰਜ਼ ਹੈ ਹਜ਼ੂਰ। ਅਸੀਂ ਕਿਸੇ ਨੂੰ ਸੰਤ ਕਹਿ ਦਿੰਦੇ ਹਾਂ, ਫਿਰ ਅਸੀਂ ਇਹ ਵੀ ਕਹਿ ਦਿੰਦੇ ਹਾਂ ਅਸੀਂ ਇਹੋ ਜਿਹਾ ਜੀਵਨ ਨਹੀਂ ਜੀ ਪਾਵਾਂਗੇ। ਇਹ ਸਾਡੀ ਰੋਗ ਹਨ ਮਨ ਦੇ। ਸਾਡੇ ਸਾਰਿਆਂ ਦੇ ਵਿੱਚ ਇੱਕ ਸੰਤ ਛਿਪਿਆ ਹੈ,
ਜਿਹੜਾ ਪ੍ਰਗਟ ਹੋਣ ਦੀ ਉਡੀਕ ਲੱਭਦਾ ਹੈ। ਉਹ ਮਨ ਦੀ ਅਵਸਥਾ ਜਿੱਥੇ ਮ੍ਰਿਤਿੂ ਨਹੀਂ ਹੈ, ਉਹੀ ਸੰਤ ਹੋਇਆ। ਇਹੀ ਕਮਾਣਾ ਹੈ ਔਰ ਇਹੀ ਮੇਰਾ ਭਲਾ ਹੈ, ਇਹੀ ਮੇਰੇ ਪਰਿਵਾਰ ਦਾ ਭਲਾ ਹੈ। ਮੇਰੇ ਦੇਸ਼, ਦੁਨੀਆ, ਸ਼ਹਿਰ, ਪੰਥ ਸਭ ਦਾ ਭਲਾ ਇਸ ਮਨ ਦੇ ਅੰਦਰ ਛਿਪਿਆ ਹੈ। ਮਹਾਰਾਜ ਕਹਿੰਦੇ ਹਨ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸ਼ਬਦ ਨਾਲ ਪਿਆਰ ਕਰੀਏ, ਉਸ ਪ੍ਰੇਮ ਦੀ ਸਾਂਝ ਵਿੱਚ ਉਡਾਰੀ ਮਾਰੀਏ। ਬਾਹਰਮੁਖੀ ਜੀਵਨ ਨੂੰ ਕੁਝ ਚਿਰ ਲਈ ਤਿਆਗ ਦਈਏ, ਉਸ ਹਉਮੈ ਨੂੰ ਛੱਡ ਕੇ ਨਾਮ ਵਿੱਚ ਪ੍ਰਗਟ ਹੋ ਜਾਈਏ, ਨਾਮ ਦੇ ਪ੍ਰੇਮ ਵਿੱਚ ਬਹਿ ਲਈਏ। ਗੁਰੂ ਕਹਿੰਦੇ ਹਨ, ਸਾਚਾ ਨਾਮ ਮੇਰਾ ਆਧਾਰੋ। ਮੇਰੇ ਜੀਵਨ ਦਾ, ਗੁਰੂ ਦੇ ਜੀਵਨ ਦਾ ਆਧਾਰ ਨਾਮ ਹੈ। ਧੰਨ ਗੁਰੂ ਅਮਰਦਾਸ, ਗੁਰੂ ਦੀ ਬੜੀ ਕਿਰਪਾ ਹੈ। ਬਾਣੀ ਦੇ ਵਿਚਾਰ ਵਿੱਚ ਮਨ ਬਦਲ ਜਾਂਦਾ ਹੈ। ਸੰਗਤ ਦੀ ਆਸੀਸ ਹੈ, ਨਦਰ ਹੈ, ਆਪ ਦੀ ਸੰਗਤ ਹੈ ਕਿ ਇਹ ਵਿਚਾਰ ਚੱਲਦੀ ਹੈ। ਆਪ ਸਭ ਦਾ ਬਹੁਤ ਧੰਨਵਾਦ ਹੈ। ਅੱਜ ਦੀ ਵਿਚਾਰ ਇੱਥੇ ਤੱਕ ਪ੍ਰਵਾਨ ਕਰਨਾ ਜੀ। ਆਪ ਕੁਝ ਕਹਿਣਾ ਚਾਹੋ, ਕੁਝ ਦੱਸਣਾ ਚਾਹੋ, ਪੁੱਛਣਾ ਚਾਹੋ, ਮੈਂ ਤਾਂ ਜਵਾਬ ਦੇਣ ਦਾ ਹੱਕਦਾਰ ਵੀ ਨਹੀਂ ਹਾਂ, ਪਰ ਯਤਨ ਕਰਾਂਗੇ ਜੇ ਆਪ ਕਿਰਪਾ ਕਰੇ, ਨਜ਼ਰ ਕਰੇ ਮਹਾਰਾਜ। ਆਪ ਦਾ ਬਹੁਤ ਬਹੁਤ ਧੰਨਵਾਦ। ਗੁਰੂ ਨੂੰ ਅਰਦਾਸ, ਸ਼ਬਦ ਧਰੋ ਪਿਆਰੋ। ਇਹ ਮਨ ਦੀ ਅਵਸਥਾ ਸਾਡੇ ਸਾਰਿਆਂ ਦੀ ਹੋਏ। ਸ਼ਬਦ ਦੇ ਨਾਲ ਪ੍ਰੇਮ ਜਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।